ਲੋਕ ਸੁਣਿਓ ਪਰਲੋਕ ਸੁਣਿਓ, ਮਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕਾ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਏਕ ਓੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਕਹਾਂ ਤੁਛ ਪ੍ਰਭ ਬੁੱਧ ਹਮਾਰੀ, ਵਰਨ ਸਕਉ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਧਨ, ਸਿਰ ਚਰਨਨ ਪਰ ਧਾਰ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਜੈਤ ਸ੍ਰੀ ਮਹੱਲਾ ਪੰਜਵਾ। ਵਾਰ ਸਲੋਕਾ ਨਾਲ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤਰ ਰਮਣ, ਨਾਨਕ ਅਗਨਾਸਨ ਜਗਦੀਸ਼ਰ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤਰ ਰਮਣ, ਨਾਨਕ ਅਗਨਾਸਨ ਜਗਦੀਸ਼ਰ ਹੈ। ਵੇਖਨ ਸੁਨਨ ਸੁਨਾਵਨੁ, ਮਨ ਮਹਿ ਦ੍ਰਿੜੀਐ ਸਾਚ। ਪੂਰ ਰਹਿਓ ਸਰਬਤਰ ਮੈਂ, ਨਾਨਕ ਹਰ ਰੰਗ ਰਾਚ। ਪੌੜੀ ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਖਿਨ ਮਹਿ ਥਾਪਿਓ ਥਾਪਦਾ, ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਮੰਡ ਪਾਤਾਲ ਦੀਪ, ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਖੰਡ ਬ੍ਰਹਮੰਡ ਪਾਤਾਲ ਦੀਪ, ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਜੈਤ ਸ੍ਰੀ ਮਹੱਲਾ ਪੰਜਵਾ। ਵਾਰ ਸਲੋਕਾ ਨਾਲ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਪੂਜਨੀਕ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਪਰਮ ਪਵਿੱਤਰ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਵਡਭਾਗੇ ਹੋ ਜੋ ਕਿ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਸ਼ਾਮ ਦੇ ਦੀਵਾਨ ਵਿੱਚ ਹਾਜ਼ਰ ਹੋ ਕਰਕੇ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਦੇ ਕੀਰਤਨੀ ਜਥੇ ਤੋਂ ਬੜੇ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੀ ਪਰਮ ਪਵਿੱਤਰ ਅੰਮ੍ਰਿਤਮਈ ਬਾਣੀ ਦਾ ਕੀਰਤਨ ਹਰ ਜਸ ਸ਼ਰਵਣ ਕਰਨ ਤੋਂ ਉਪਰੰਤ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਉਪਦੇਸ਼ ਸ਼ਰਵਣ ਕਰਨ ਵਾਸਤੇ ਆਪ ਰੋਜ਼ਾਨਾ ਹੀ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਹੋ। ਸਤਿਗੁਰੂ ਜੀ ਦੀ ਅਪਰੰਪਾਰ ਬਖਸ਼ਿਸ਼ ਦਾ ਸਦਕਾ ਇਸ ਭਾਗਾ ਸਮਾਂ ਗੁਰੂ ਕੀ ਬਖਸ਼ੀ ਹੋਈ ਸਾਧ ਸੰਗਤ ਨੂੰ ਪ੍ਰਾਪਤ ਹੁੰਦਾ ਹੈ। ਅੱਜ ਦਾ ਜੋ ਸ਼ਬਦ ਹੈ ਇਹ 705 ਅੰਗ ਤੋਂ ਹੈ। ਭਾਵ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਧ ਮੰਨਿਆ ਜਾਂਦਾ ਹੈ। ਉਂਝ ਸਤਿਗੁਰੂ ਜੀ ਦੀ ਬਾਣੀ ਦੇ 1430 ਅੰਗ ਹਨ ਤੇ ਜੇ ਗਣਤ ਦੇ ਹਿਸਾਬ ਨਾਲ ਅੱਧ ਲਈਏ 715 ਅੰਗ ਤੇ
ਆਮ ਲੋਕ ਸਮਝਦੇ ਹਨ, ਪਰੰਤੂ ਗੁਰੂ ਸਾਹਿਬ ਜੀ ਨੇ 705 ਅੰਗ ਤੇ ਮੱਧ ਦਾ ਜੋ ਸ਼ਬਦ ਹੈ ਇਹ ਉਚਾਰਨ ਕੀਤਾ ਹੈ। ਔਰ ਇਹ ਸਾਰੀ ਵਾਰ ਸ਼ਲੋਕਾਂ ਦੇ ਸਮੇਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। ਬਾਕੀ 22 ਵਾਰਾਂ ਹਨ। ਹੋਰ ਵਾਰਾਂ ਵਿੱਚ ਦੂਸਰੇ ਸਤਿਗੁਰਾਂ ਦੇ ਸ਼ਲੋਕ ਪੌੜੀਆਂ ਦਰਜ ਹਨ। ਇਹ ਵਾਰ ਸਤਿਗੁਰੂ ਜੀ ਦੀ ਨਿਰੋਲ ਆਪਣੀ ਰਚਨਾ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ। ਸਤਿਗੁਰੂ ਜੀ ਨੇ ਦੱਸਿਆ ਹੈ ਕਿ ਅਕਾਲ ਪੁਰਖ ਯੁਗਾਂ ਤੋਂ ਆਦ ਤਥਾ ਮੱਧ ਅੰਤ ਵਿੱਚ ਇੱਕ ਰਸ ਪੂਰਨ ਹੈ। ਇਸ ਸ਼ਬਦ ਦੀ ਵਿਆਖਿਆ ਦੇ ਅੰਦਰ ਇਹ ਸਾਰੇ ਵਿਚਾਰ ਸਤਿਗੁਰੂ ਜੀ ਪ੍ਰਗਟ ਕਰਨਗੇ ਅਤੇ ਜਦੋਂ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਚੱਲਦੇ ਹੋਣ, ਆਦ ਵਿੱਚ ਤਾਂ ਆਪਾਂ ਕੜਾਹ ਪ੍ਰਸ਼ਾਦੀ ਦੇਗ ਸਜਾਉਂਦੇ ਹਾਂ, ਮੱਧ ਵਿੱਚ ਵੀ ਇਸ ਸ਼ਬਦ ਦੇ ਪੜ੍ਹਨ ਤੋਂ ਪਹਿਲਾਂ ਅਰਦਾਸ ਕਰਕੇ ਸਤਿਗੁਰਾਂ ਦੀ ਪਾਵਨ ਦੇਗ ਨੂੰ ਭੋਗ ਲਵਾਉਣਾ ਚਾਹੀਦਾ ਹੈ। ਉਪਰੰਤ ਇਹ ਸ਼ਬਦ ਪੜ੍ਹਿਆ ਜਾਂਦਾ ਹੈ। ਇਸ ਤਰ੍ਹਾਂ ਗੁਰਮਤਿ ਦੀ ਮਰਜ਼ਾਦਾ ਹੈ। ਸੋ ਰਹੋ ਵਿਚਾਰ ਕਰੋ ਇਕਾਗਰਤਾ, ਗੱਜ ਕੇ ਬੋਲੋ ਸਤਿਨਾਮ। ਜੈਤ ਸ੍ਰੀ ਮਹੱਲਾ ਪੰਜਵਾ। ਵਾਰ ਸਲੋਕਾ ਨਾਲ। ਜੈਤ ਸ੍ਰੀ ਰਾਗ ਵਿੱਚ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਰ ਨਾਮ ਪੌੜੀ ਦਾ ਵੀ ਹੈ, ਵਾਰ ਨਾਮ ਵਾਰ ਕਰਨ ਦਾ ਵੀ ਹੈ, ਵਾਰ ਨਾਮ ਜੰਗਲ ਦਾ ਵੀ ਹੈ, ਵਾਰ ਨਾਮ ਪਾਣੀ ਦਾ ਵੀ ਹੈ ਔਰ ਵਾਰ ਨਾਮ ਤਲਵਾਰ ਦਾ ਵੀ ਹੈ। ਸੋ ਇਸ ਪ੍ਰਕਾਰ ਵਾਰ ਢਾਡੀਆਂ ਦੀ ਵੀ ਹੈ। ਉਂਝ ਵਾਰ ਦਾ ਅੱਖਰੀ ਅਰਥ ਪੌੜੀ ਕਹਿ ਲਵੋ ਜਾਂ ਵਾਰ ਕਹਿ ਲਵੋ, ਇੱਕ ਹੀ ਹੈ। ਇਹ ਜਿਹੜੀ ਵਾਰ ਹੈ ਸਲੋਕਾਂ ਤੇ ਪੌੜੀਆਂ ਦੇ ਸਾਹਿਤ ਹੈ। ਜੈਤ ਸ੍ਰੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਜੈਤ ਸ੍ਰੀ ਰਾਗ ਵਿੱਚ ਵਾਰ ਉਚਾਰਨ ਕਰਦੇ ਹਨ ਸਲੋਕਾਂ ਨਾਲ। ਇਸ ਵਾਰ ਦੇ ਨਾਲ ਸਲੋਕ ਵੀ ਹੋਣਗੇ। ਭਾਵ ਇਹ ਗੱਲ ਨਾਲ ਕਿਉਂ ਲਿਖੀ ਹੈ, ਕੋਈ ਸ਼ੱਕ ਨਾ ਕਰੇ ਕਿ ਇਹਦੇ ਨਾਲ ਸਲੋਕ ਕਿਵੇਂ ਲਿਖ ਦਿੱਤੇ ਹੈ। ਇਹ ਵਾਰ ਸਲੋਕਾਂ ਦੇ ਸਹਿਤ ਹੋਵੇਗੀ। ਪਹਿਲਾਂ ਸਲੋਕ ਹੋਵੇਗਾ, ਉਹਦੇ ਵਿੱਚ ਮੂਲ ਅਰਥ ਕੀਤਾ ਜਾਵੇਗਾ, ਫਿਰ ਪੌੜੀ ਆਵੇਗੀ। ਪੌੜੀ ਦੇ ਵਿੱਚ ਸਲੋਕ ਦੇ ਅਰਥਾਂ ਦਾ ਦੁਬਾਰਾ ਫੇਰ ਖੁਲਾਸਾ ਕੀਤਾ ਜਾਂਦਾ ਹੈ। ਪਹਿਲੇ ਅਰਥਾਂ ਨੂੰ ਹੀ ਪੌੜੀ ਵਿੱਚ ਪ੍ਰਗਟ ਕੀਤਾ ਜਾਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਰੂਪ ਓੰਕਾਰ ਲਾਸਾਨੀ, ਜਿਹਦੇ ਬਰਾਬਰ ਸਦਰਸ਼ਤਾ ਰੱਖਣ ਵਾਲਾ ਹੋਰ ਕੋਈ ਨਹੀਂ, ਉਹ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਲੋਕ। ਸਲੋਕ ਛੰਦ ਹੈ, ਜਿਵੇਂ ਦੋਹਾ ਹੈ, ਸੋਰਠਾ ਹੈ। ਛੰਦਾਂ ਦੀਆਂ ਹੋਰ ਵੀ ਬਹੁਤ ਚਾਲਾਂ ਹਨ। ਜੇ ਸਾਰੇ ਪ੍ਰਕਾਰ ਦੇ ਛੰਦ ਗਿਣੀਏ, ਬਿਆੰਤ ਹਨ। 10ਵੇਂ ਪਾਤਸ਼ਾਹ ਨੇ ਤਕਰੀਬਨ 121 ਦੇ ਲਗਭਗ ਛੰਦ ਉਚਾਰਨ ਕੀਤੇ ਹਨ, ਭਾਵ ਬਿਆੰਤ ਛੰਦ ਹਨ। ਆਦ ਪੂਰਨ ਮੱਧ ਪੂਰਨ। ਹਜੂਰ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਜਦੋਂ ਚਾਰੇ ਯੁਗ ਨਹੀਂ ਸੀ ਸਾਜੇ, ਮਾਇਆ ਵੀ ਨਹੀਂ ਸੀ, 3 ਗੁਣ ਵੀ ਨਹੀਂ ਸਨ, 5 ਤੱਤ ਵੀ ਨਹੀਂ ਸਨ, ਉਸ ਵੇਲੇ ਅਕਾਲ ਪੁਰਖ ਕੈਸਾ ਸੀ। ਆਪ ਕਿਰਪਾ ਕਰਕੇ ਫਰਮਾਵੋ ਆਪਣੀ ਰਸਨਾ ਨਾਲ, ਸਾਨੂੰ ਪੂਰਾ ਯਕੀਨ ਆ ਜਾਵੇ। ਸਤਿਗੁਰੂ ਜੀ ਕਹਿੰਦੇ ਜਦੋਂ ਯੁਗਾਂ ਦੀ ਸਿਰਜਣਾ ਨਹੀਂ ਸੀ ਕੀਤੀ, ਭਾਵ ਪਰਲੋ ਦਾ ਸਮਾਂ ਸੀ, 4 ਸਫੇਰੇ ਸੁੰਨੇ ਕਲਾ ਰਹਾਏ ਦਾ, ਅਰਬਦ ਨਰਬਦ ਧੁੰਦੂ ਕਾਰਾ ਦੀ ਅਵਸਥਾ ਸੀ। ਉਸ ਵੇਲੇ ਵੀ ਵਾਹਿਗੁਰੂ ਯੁਗਾਂ ਦੇ ਆਦ ਵਿੱਚ ਵੀ ਪੂਰਨ ਸੀ, ਭਾਵ ਇੱਕ ਰਸ ਸੀ। ਉਹਦੀ ਕਲਾ ਵਿੱਚ ਕੋਈ ਘਾਟ ਨਹੀਂ ਸੀ, ਕਿਉਂਕਿ ਜ਼ਿਮੀ ਜ਼ਮਾਂ ਕੇ ਵਿਖੇ
समस्त एक जोत है, ना घाट है ना बाध है, ना बाध घाट होत है। दसम ग्रंथ विच कलगीधर पातशाह जी फरमाउंदे हन, जमीन और आकाश दे अंदर वाहिगुरु दी जोत सारे जर्रे जर्रे विच एक रस समाई हुई है, ना घटदी है ना वधदी है, ना वधदी ना घटदी है, भाव एक रस रहिंदी है। पूरन वो चीज़ हुंदी जिहड़ी एक रस रहे। जिवें चंद्रमा दीयां कलां वधदियां घटदियां हन, चंद्रमा नूं ग्रहण भी लग जाता है, चंद्रमा बदलों नाल भी ढकिया जाता है। सूरज दीयां कलां वधदियां घटदियां नहीं हन, पर राशियां तब्दील करता है। चंद्रमा नालों इहदा वाल तेज ज़्यादा मन्निया, परंतु सूरज के मोहरे भी बदलों का जां ग्रहण आदਿਕ का प्रतिबिंब आ जाए, उस वेले वो भी दोष संयुक्त हो जाया करता है। ग्रहण के समय सूरज नूं वेखण नाल कई ऐसे अवलड़े रोग लग जाते हैं जिन्हां दा इलाज ही कोई नहीं। पहलां ही रेडियोआं विच सरकारां दस्सण लग जांदियां हन कि ग्रहण देखना जिहड़ा है ये शरीर वास्ते हानिकारक है। सो जिहड़ा वाहिगुरू है वो एक रस है, ਉਹਦੇ ਤੇ कोई पड़दा नहीं आउंदा, ਉਹਨੂੰ कोई ग्रहण नहीं लगता। वो एक रस अवस्था विच रहण वाला, वो युगां दे आद विच भी पूरन सी। पूरन कौन है? पूरन कब होना डोलता, पूरा किया प्रभ आप, नित नित चढ़िया सवाया, नानक होत ना घाट। ਜਿਹਦੇ 'ਚ घाटा वाधा ना होवे, एक रस रहे, उस नूं पूरन कहा जांदा। मद पूरण जदों जुगां की सिरजना कर ली, तिन्ने लोग 14 भवन बना लै। सतो रजो तमो तीन माया दे गुण, शब्द स्पर्श रूप रस गंध, पंज तत्त आकाश बाजू अग्नि जल धरती, इन्हां दियां सूखम तन मात्राए। आकाश का विशा है शब्द, कई बारी हुंदा दड़म देनी शब्द हुंदा, इस तरह आकाश का विशा है शब्द करना। आकाश तो पैदा हुई बाजू, बाजू का विशा है स्पर्श, हवा नज़र नहीं आती, छूण तो पता लगता तत्ती है या ठंडी। हवा तो पैदा हुई है अग, अग का विशा है रूप, अग तो पैदा होया पानी, पानी का विशा है रस, पानी तो पैदा हुई धरती, धरती का विशा है गंध। ये पंजे तत्त साडे शरीर के अंदर हैं। शरीर के अंदर जिन्ना पोलापन है ये आकाशी तत्त है। नासका जिहड़ी है धरती का अंश है, क्योंकि नासां भी सूंघ के दुर्गंधी सुगंधी का अनुभव करती। मुखड़ा जिहड़ा ये अग का विशा है, जठराग्नि का मूँह, इहदे नाल आपां भोजन खाने। इस तरह बाकी जिहड़ी चमड़ी है स्पर्श का हवा का विशा, सारे तत्त इस तरह जान लेने। सो पांच तन मात्राए, तीन माया के गुण सतो रजो तमो, पांच तीन बन जाते हैं 8, जिहदे विच 8 गुण होण नूं माया कहा जाता है। माया सबल ब्रह्म है जोई, सब परपंच अपावै सोई। जिहड़ा माया नूं अपने अशरायण करन वाला ब्रह्म है, वो सारे संसार नूं पैदा करदा। जदों निर्गुण हुंदा ना, उदों माया अंगीकार नहीं कीती हुंदी, उदों किसी संसार की रचना नहीं करता। जदों फिर वो संकल्प करता है एको अहम श्याम बहु परजा जेज, मैं एक तो बहुत रूप होवां अते परजा की रचना करां, ऐसा वेद विच लिखिया है। गुरु ग्रंथ साहिब विच भी लिखिया है, कीता पसाओ एको कवाओ, तिसते होए लख दरियाओ। कबाओ नाम फुरने का भी है, अरबी विच कबाओ नाम पोशाक का भी है। उस वाहिगुरु ने एके ने कबाओ फुरना पैदा किया। आ सारा संसार फुरने तो पैदा किया वाहिगुरु ने। इसे प्रकार साध संगत जी फिर कहता, मैं एक तो बहुत रूप होवां अते संसार की रचना करां। वो वाहिगुरु कैसा है? वेद विच ऐसा लिखिया है, सत्यं ज्ञान आनंदं ब्रह्म बजानी आत।
ब्रह्म जड़ा सचित आनंद स्वरूप है और वेदां द्वारा महापुरखों द्वारा जानने योग है, वो ब्रह्म की है। ब्रह्म तेरा अपना आप है, ब्रह्म ते तो भिन्न नहीं, तेरी आत्मा ही ब्रह्म रूप है। पर कदों जदों आत्मा प्रात्मा एको करे, अंतर की दुविधा अंतर मरै। फिर ब्रह्म दिसै ब्रह्म सुनिए, ब्रह्म ब्रह्म बखानिए, आत्म पसारा करन हारा, एक बिना नह जानिए। सब घट राम बोलै रामा बोलै, राम बिना को बोलै रे। कोई बोले रमैया, कोई खदाए दी अवस्था जिहड़ी है प्राप्त हो जाया करती है। भाव जदों सतयुग त्रेता द्वापर कालयुग की रचना की, कालयुग की उम्र है 4,32,000 साल। ये तो दुगनी है द्वापर की, तिगनी है त्रेते की, चौगनी है सतयुग की। ये जर्ब करके आप जी ने वेख लेना। सतयुग दे विच बंदे की आरवला योगाभ्यासी सन 1 लाख साल से, और लोग सत बोलते सन। धर्म के 4 पैर सन, तीरथ तप दया दत्त दान, तीर्थां दा जाना, तपस्या दा करना, दया दा करना, दान दा देना, ये धर्म के 4 पैर हैं। सतयुग विच धर्म के 4 पैर मौजूद सन। इस करके बंदे सतवादी सन, उन्हां दीयां उमरां बहुत वड्डियां सन, भजनीक सन बहुत, और सिमरन विच ही लीन रहिंदे सन। एक बंदा पाप कर जावे, सारे देश नूं पाप भोगना पैंदा सी, क्योंकि परस्पर एक दूजे का प्यार बहुत सी ना। दुख उन्ना ही हुंदा जिथे ते किसी दे स्नेह दीयां तारां हन। त्रेता युग आ गया, सच की कला घट गई, 3 पैरों ते धर्म रह गया। उम्र घट के बंदे दी 10,000 साल हो गई। सतयुग का अवतार सी हंस वाहन ब्रह्मा, और फिर आ गया युग त्रेता, युग का अवतार सी रामचंद्र। यज्ञां की पूजा शुरू हो गई, उम्र 10,000 साल। एक बंदा पाप करे, नगरी पीड़ी जाती सी। युग आ गया द्वापर, द्वापर के अवतार सन कृष्ण महाराज। धर्म दियां 2 कला जांदियां रहियां, 2 कला बाकी रह गईयां। बंदे की उम्र घट के 1,000 साल तक आ गई। एक बंदा पाप करे ते कुल पीड़ी जाती सी, सारी कुल का नाश हुंदा सी। युग आ गया कलयुग, कलयुग का राज है बाबे नानक का। उम्र हैगी बंदे की मधमन 100 साल। जे 4 आश्रमां विच पूरा गुजरे, 25 साल ब्रह्मचारी, 25 साल गृहस्थी, 25 साल बाणप्रस्ती, 25 साल सन्यासी, फिर 100 साल की उम्र आ। वध भी सकती, थोड़ी घट भी सकती, मधमान गिणिया महापुरुषां ने। परंतु आपां अनिजमे होने करके उम्र हुण 60 साल ते बुढ़ापा आ जांदा। महाराज लिख भी गए 60 पै बुढ़ेपा आवे। बाणी सारा जिक्र किया ना, पहले प्यार लगा थन दुध, दूजे माए बाप की सो, तीजे भया भाभी बेव, चौथे प्यारा पन्नी खेड़, पंजवें खान जीवन की धात, 6वें कामना पूछे जात, 7वें संज किया घरवास, 8वें क्रोध हुआ तन नास, 9वें धौले उबे साह, 10वें ददा हुआ सुहा। 100 साल की पूरी उम्र गिणी। 40 पर हुए 85, 60 पै बुढ़ेपा आवे, 17 का मतहीन, 80 का व्यवहार न पावे, 90 का सहजा सनी, मूल न जाने अपवल। सारा विचार दसिया होया। सो उम्र 100 साल रह गई। अवतार बाबा नानक, धर्म की 1 कला रह गई, नाम जां दान। धर्म 1 कला ते रह गया। हुण तां 1 कला भी लोप हुंदी जा रही है। गज के बोलो सतनाम। सो इस युग के अंदर न्याय बहुत है। एह कर करे सो एह कर पाए, कोई ना पकड़िया किसै कै थाए। जे ऐस उंगली ने जुल्म किया तो ऐस उंगली नूं सजा नहीं मिलनी, इनू ही मिलेगी, पूरे हाथ नूं नहीं मिलेगी। पुराने युगों वांगू ये नहीं, देश पीड़िया जाए और नगर पीड़िया जाए, कुल पीड़ी जाए। कालयुग विच जिहड़ा पाप करेगा उसनूं अपने पाप का फल भोगना पवेगा।
इस करके कालयुग का नियाम बहुत वड्डा। पुराने युगों में कोई संकल्प कर लै माड़े काम का तो उन्होंने उस दोष की सज़ा मिलती सी, संकल्प करने का भी दोष लगता सी। कालयुग के अंदर कोई बंदा संकल्प माड़ा कर लै, संकल्प के मगर जाके शरीर करके माड़ा काम ना करे, दोष नहीं लगता। जिमें बंदा मन चोरी का संकल्प करे, सन ना लावे, चोरी ना करे तो उन्होंने पाप नहीं लगेगा, इन्नी छोट है। फिर अगे 85-85 हज़ार साल तपस्या करन तो बंदे का उन्ना जस नहीं सी हुंदा। हुण साल 2 साल तुसी वाहिगुरू का जस कर लो, सारे संसार च महिमा हो जाएगी। कालयुग दे विच उपमा बहुत छेती फैलदी, दान बड़ी छेती फलीभूत हुंदा। इस युग दे विच इतनी छोट रखी है, पर मन टिकदा नहीं खिन भर। कला का युग है ना, कल्पना का जां कला मशीनरी का युग है। हुण हर बंदा हवा च उड़िया फिरदा। साडे जिन्ने टायर हैं, चाहे गड्डियां हैं, ट्रक हैं, हवाई जहाज हैं, हवा तो ही उड़ रहे हैं जां उमें स्टीम ना चलते हैं। सारा संसार इस वेले हवा आस रही है। गज के बोलो सतनाम। सो इस करके महाराज ने तो कहा कि एक खिन जिन एक चित ध्यायो, काल फास के बीच ना आयो। एक चित जिन एक खिन ध्यायो, एक चित करके खिन मात्र भी जिन एकाग्रता सहित वाहिगुरू का भजन किया, वो काल की फाही के बीच नहीं आता। पर वो किहड़ा खिन है जिस दे ध्याने नाल बंदा काल की फाही च ना आवे। वो खिन हैगा साध संगत विच आके वाहिगुरू का सिमरन करना। हुण संगत विच आपां कल्ले कल्ले वाहिगुरू कहिए, किन्नी वारी बन गया, किन्नियां वाला फिर गई। संगत दे विच सिमरन करन दा, बहन दा, कल्ले बह के भजन करनों महात्म बड़ा। कल्ले बैठोगे माला नहीं फिरदी, बंदे दा मन चंचलता ना कभी उधर दौड़ेगा कभी उधर दौड़ेगा। संगत विच एक गुरु प्रकाश हुंदे है, साधु हुंदे है, संगत नूं एक दूए दा भै हुंदा, डर हुंदा। फिर कथा कीर्तन नाल मन एकाग्र हुंदा, नाल सिੱਖਿਆ हुंदी है। इस करके मन च चंचलता नहीं पैदा हुंदी। तां ते संगत दा महात्म बहुत वड्डा। ये संगत एक बजर दा कोट है। जिमें किले विच बंदा शत्रुआं तो काफ़ी निष्कंटक हो जाता, संगत विच बहने नाल ये जिहड़े काम क्रोध लोभ मोह हंकार शत्रु हैं, एक दूए दे भै विच बंदे ते असर नहीं करते हैं। इस करके संगत दा महात्म बहुत वड्डा मनिया। सतगुरु जी कहते हैं कि जदों इस तरह चारे युगां दी सिरजना कीती, जिमें जदों नौजवान जवानी विच हुंदा, उहदे चेहरे ते किन्नी टहक हुंदी, सुंदरता रौनक हुंदी, भावें रंग पक्का भी क्यों ना होवे, फिर भी जोवन विच बंदा भरिया होया शरीर सोहना लगदा। जदों ब्याहिया जांदा, 2-4 बच्चे परिवार विच हो जांदे हन, फिर वो जोवन दे विच तब्दीली आ जाती है, पहले वाला जोबन नहीं रहिंदा। कहंदे जदों वाहिगुरू ने संसार रूपी बालका पैदा किया कि वाहिगुरू की जवानी विच भी फर्क आया। कहंदे वाहिगुरू की जवानी च फर्क नहीं आता, वो एक रस रहिंदा। इस करके जदों 4 युगां की संसार की रचना लोकां दी कीती, स्वर्ग आदक ते मात लोक पताल लोक आदक 14 भवनां की रचना की। कहंदे उहदे जोबन विच भी फर्क आया, कहंदे उहदे जोबन विच फर्क नहीं आया। इस करके मध पूरन, वो मध काल विच भी पूरन ही रहा। अंत पूरन परमेश्वर, कहंदे जिवें बंदे दे बुढ़ापा आ जांदा, मौत आ जांदी है, उहदा पहले वाला बल नहीं रहिंदा। रब ते भी बुढ़ापा जरा अवस्था आ जाती होगी, कहंदे उहदे ते बुढ़ापा भी नहीं आउंदा। वो अंत में जो परलो कर दिंदा ना सारे संसार की, फिर भी पूर्ण ही रहिंदा, वो एक रस रहिंदा। परलो जिहड़ी है एक नित परलो है, फीमियां पोस्तियां दी, जिहदा फीम मिल गई तो जींदे, ना मिली तो फटे ते पाउण वाले, ये नित परलो। कई बारी दिहाड़ी च मरना, कई बारी जिंदे होना। नमित परलो की है, किसी हथियार नाल जां लड़ाई जंग जां प्लेग आदि नाल, हैजा आदि नाल बंदियां दा बहुत हड़ां नाल अग नाल नुकसान हो जाना, नमित परलो। इस तरह फिर महापरलो
ਜਦੋਂ ਮਹਾਪਰਲੋ ਹੁੰਦੀ ਨਾ ਫਿਰ ਕੁਝ ਨਹੀਂ ਰਹਿੰਦਾ। ਇਹਨਾਂ ਪਰਲੋਆਂ 'ਚ ਬੰਦੇ ਬਚ ਜਾਂਦੇ, ਜੰਗਾਂ ਵਿੱਚ ਵੀ ਬਹੁਤ ਸਾਰੇ ਸ਼ਹੀਦ ਹੁੰਦੇ ਹਨ, ਬਹੁਤ ਸਾਰੀ ਸ੍ਰਿਸ਼ਟੀ ਬਚ ਵੀ ਜਾਂਦੀ ਹੈ, ਬਿਮਾਰੀਆਂ ਨਾਲ ਵੀ ਬਹੁਤ ਬੰਦਿਆਂ ਦਾ ਘਾਤ ਹੋ ਜਾਂਦਾ ਹੈ, ਪਰ ਬਹੁਤ ਸ੍ਰਿਸ਼ਟੀ ਬਚ ਜਾਂਦੀ। ਮੇਰੇ ਕਈ ਬਜ਼ੁਰਗਾਂ ਨੇ ਸ਼ਾਇਦ ਪਹਿਲੀਆਂ ਪਲੇਗਾਂ ਵੇਖੀਆਂ ਹੋਣ, ਘਰਾਂ ਦੇ ਘਰ ਸੁੰਨੇ ਵੀ ਹੋਏ ਆ, ਬਚ ਵੀ ਕਾਫੀ ਗਏ, ਪਰ ਜਦੋਂ ਮਹਾਪਰਲੋ ਹੁੰਦੀ ਹੈ ਨਾ ਫਿਰ ਨਹੀਂ ਕੁਝ ਵੀ ਬਚਦਾ। ਇਹ ਪਤਾ ਨਹੀਂ ਹੁਣ ਅੱਗ ਦੀ ਕਰਨੀ ਹੈ, ਪਤਾ ਨਹੀਂ ਪਾਣੀ ਦੀ ਕਰਨੀ ਹੈ, ਪਤਾ ਨਹੀਂ ਰੋਡਾਂ ਤੇ ਕੰਕਰੀਟ ਦੀ ਕਰਨੀ ਹੈ। ਜਿਵੇਂ ਦੰਡਕ ਰਿਸ਼ੀ ਸਨ ਨਾ, ਉਹਨਾਂ ਦੀ ਲੜਕੀ ਮਹਾਤਮਾ ਦੀ, ਕਿਸੇ ਰਾਜੇ ਨੇ ਸ਼ਿਕਾਰ ਖੇਲਣ ਆਏ ਨੇ, ਉਹਨਾਂ ਦੀ ਲੜਕੀ ਦਾ ਜ਼ਬਰਦਸਤ 7 ਭੰਗ ਕੀਤਾ। ਉਹ ਲੜਕੀ ਜਾ ਕੇ ਆਪਣੇ ਮਹਾਂਪੁਰਖਾਂ ਦੇ ਪਿਤਾ ਦੇ ਪਾਸ ਰੋਈ। ਮਹਾਂਪੁਰਖਾਂ ਨੇ ਆਕਾਸ਼ ਵੱਲ ਨੂੰ ਤੱਕਿਆ, ਉਸੇ ਵੇਲੇ ਆਕਾਸ਼ ਮੰਡਲ ਚੋਂ ਉਸ ਰਾਜੇ ਦੇ ਰਾਜ ਦੇ ਉੱਪਰ ਕੰਕਰੀਟ ਦੀ ਵਰਖਾ ਹੋਈ ਤੇ ਸਾਰਾ ਰਾਜ ਤਬਾਹ ਹੋ ਗਿਆ। ਉਸ ਜੰਗਲ ਨੂੰ ਦੰਡਕ ਬਨ ਕਹਿੰਦੇ, ਜੰਗਲ ਬਣ ਗਿਆ ਰਾਜੇ ਦਾ ਰਾਜ, ਦੰਡਿਆ ਹੋਇਆ ਰਾਜ। ਹੁਣ ਜੰਗਲ ਉਗਣ ਕਰਕੇ ਉਹਨੂੰ ਦੰਡਕ ਬਨ ਕਹਿੰਦੇ। ਗੱਜ ਕੇ ਬੋਲੋ ਸਤਿਨਾਮ। ਐਡਾ ਵੱਡਾ ਪਾਪ ਹੈ ਜਦੋਂ ਕਿਸੇ ਲੜਕੀ ਦੇ ਸਾਥ ਨੂੰ ਭੰਗ ਕਰਨਾ, ਭਾਵ ਦੇਸ਼ ਤੇ ਕੌਮ ਤਬਾਹ ਹੋ ਜਾਂਦੇ ਹਨ। ਇਸ ਕਰਕੇ ਜਿਹੜੇ ਗੁਰਸਿੱਖ ਹਨ ਉਹਨਾਂ ਦਾ ਜੀਵਨ ਜਤ ਸਤ ਸਤਵਾਦੀ ਧਰਮੀ ਔਰ ਨੇਕ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣ, ਇਸ ਅਵਸਥਾ ਦੇ ਉਹ ਮਾਲਕ ਹੋਇਆ ਕਰਦੇ ਹਨ। ਸੋ ਜਦੋਂ ਮਹਾਪਰਲੋ ਆਉਂਦੀ ਹੈ ਨਾ, ਇਹ ਜਿਹੜਾ ਪਾਣੀ ਹੈ ਇਹ ਧਰਤੀ ਨਾਲੋਂ 10 ਗੁਣੇ ਜ਼ਿਆਦਾ ਹੈ। ਧਰਤੀ ਆਂਡੇ ਵਾਂਗੂ ਸਮਝ ਲਓ ਜਾਂ ਕਿਸ਼ਤੀ ਵਾਂਗੂ ਪਾਣੀ ਤੇ ਤਰ ਰਹੀ ਹੈ। ਧਰਤੀ ਦੇ ਅੰਦਰ ਬਹੁਤ ਸਾਰੇ ਜ਼ਖੀਰੇ ਪੈ, ਲੋਹਾ ਹੈ, ਸੋਨਾ ਹੈ, ਪਿੱਤਲ ਹੈ, ਤਾਂਬਾ, 7 ਧਾਤਾਂ, 7 ਉਪ ਧਾਤਾਂ, ਪਾਰਾ, ਗੰਧਕ, ਇਸ ਤਰ੍ਹਾਂ ਦੀਆਂ, ਅਤੇ ਆ ਪੈਟਰੋਲ ਆਦਿਕ, ਡੀਜ਼ਲ ਆਦਿਕ, ਇਹ ਜਿਹੜੀਆਂ ਚੀਜ਼ਾਂ ਸਾਨੂੰ ਸੁੱਖ ਦਿੰਦੀਆਂ ਨਾ, ਇਹ ਧਰਤੀ ਦੇ ਸਲ ਹੈ। ਜਦੋਂ ਸਾਇੰਸ ਵੱਧਦੀ ਹੈ ਧਰਤੀ ਵਿੱਚੋਂ ਇਹ ਤੱਤ ਘਟਣੇ ਸ਼ੁਰੂ ਹੋ ਜਾਂਦੇ, ਧਰਤੀ ਫਿਰ ਜ਼ੀਰਣ ਹੋ ਜਾਂਦੀ ਹੈ। ਧਰਤੀ ਦਾ ਪੁੰਨ ਔਰ ਤਪ ਖੀਣ ਹੋਣ ਤੋਂ ਧਰਤੀ ਫਿਰ ਪਾਣੀ ਵਿੱਚ ਡੁੱਬ ਜਾਂਦੀ ਹੈ। ਜਦੋਂ ਧਰਤੀ ਹੀ ਡੁੱਬ ਗਈ ਤੇ ਰਹਿਣ ਵਾਲਿਆਂ ਨੇ ਵੀ ਡੁੱਬਣਾ, ਫਿਰ ਮਹਾਪਰਲੋ ਹੋ ਜਾਂਦੀ। ਚਾਰਜ ਫਿਰ ਵਿੱਚ ਜਲੇ ਜਲ, ਫਿਰ ਜਲ ਵਿੱਚੋਂ ਅੱਗ ਪੈਦਾ ਹੁੰਦੀ, ਅੱਗ ਨਾਲ ਸਭ ਧੂਆਂ ਬਣ ਜਾਂਦਾ, ਉਹ ਬਾਜੂ ਵਿੱਚ ਲੀਨ ਹੋ ਜਾਂਦਾ। ਬਾਜੂ ਆਕਾਸ਼ ਵਿੱਚ, ਆਕਾਸ਼ ਆਪਣੇ ਤੱਤਾਂ, ਆਪਣੇ ਗੁਣਾਂ ਵਿੱਚ, ਗੁਣ ਮਾਇਆ ਵਿੱਚ, ਮਾਇਆ ਨੂੰ ਚੇਤਨ ਆਪਣੇ ਵਿੱਚ ਲੀਨ ਕਰ ਲੈਂਦਾ। ਇਸ ਤਰ੍ਹਾਂ ਫਿਰ ਸਾਧ ਸੰਗਤ ਜੀ ਪਰਲੋ ਦਾ ਪ੍ਰਕਾਰ ਚੱਲਦਾ ਹੈ। ਕਹਿੰਦੇ ਜਦੋਂ ਪਰਲੋ ਹੁੰਦੀ, ਉਹ ਜਿਹੜਾ ਵਾਹਿਗੁਰੂ ਹੈ ਉਹਦੇ ਵਿੱਚ ਕੋਈ ਘਾਟ ਪੈਂਦੀ ਹੋਵੇਗੀ, ਕਹਿੰਦੇ ਨਹੀਂ, ਉਹ ਫੇਰ ਵੀ ਇੱਕ ਰਸ ਰਹਿੰਦਾ। ਜਿਵੇਂ ਧਰਤੀ ਦੇ ਘੜੇ ਪਾਣੀ ਦੇ ਭਰੇ ਪਏ, ਸਾਰਿਆਂ ਵਿੱਚ ਸੂਰਜ ਦਾ ਪ੍ਰਤੀਬਿੰਬ ਦਿੰਦਾ। ਜੇ ਡਾਂਗ ਲੈ ਕੇ ਘੜੇ ਭੰਨ ਦਈਏ, ਜਦੋਂ ਘੜੇ ਨਹੀਂ ਸੀ ਰੱਖੇ ਉਦੋਂ ਵੀ ਸੂਰਜ ਇੱਕ ਰਸ ਸੀ, ਜਦੋਂ ਪ੍ਰਤੀਬਿੰਬ ਸੀ ਉਦੋਂ ਵੀ ਇੱਕ ਰਸ ਹੈ, ਜਦੋਂ ਤੋੜ ਦਿੱਤੇ ਉਦੋਂ ਵੀ ਸੂਰਜ ਇੱਕ ਰਸ ਰਿਹਾ। ਇਸ ਤਰ੍ਹਾਂ ਜਿਹੜਾ ਵਾਹਿਗੁਰੂ ਆ ਉਹ ਇੱਕ ਰਸ ਰਹਿੰਦਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਵਾਂਗ ਪਸਾਰ ਥਮਿਉ ਪਾਸਾਰਾ, ਜਬ ਦੇਖਿਆ ਤਬ ਏਕ ਓੰਕਾਰਾ, ਸਹਿਸ ਘਟਾ ਮੈਂ ਏਕ ਆਕਾਸ, ਘਟ ਫੂਟੇ ਤੇ ਉਹੀ ਪ੍ਰਗਾਸ। ਇਹ ਮਹਾਰਾਜ ਨੇ ਸੰਤੋਖਾ ਜੋਗੀ, ਜਿਹੜਾ ਸੰਤੋਖ ਸਰੋਂ ਮੱਠ ਚੋਂ ਨਿਕਲਿਆ ਸੀ ਨਾ, ਉਸ ਨੂੰ ਉਪਦੇਸ਼ ਦਿੰਦਿਆਂ ਹੋਇਆਂ ਸ਼ਬਦ ਆਚਾਰਿਆ ਸੀ। ਹਜ਼ੂਰ ਫਰਮਾਉਂਦੇ ਹਨ, ਅੰਤ ਪੂਰਨ ਪਰਮੇਸ਼ਰ, ਉਹ ਪਰਮੇਸ਼ਰ ਅੰਤ ਸਮੇਂ ਪੂਰਨ ਹੁੰਦਾ। ਹੁਣ ਵਿਚਾਰ ਇਹ ਹੈ ਕਿ ਜਦੋਂ ਪਰਲੋ ਕਰਦਾ ਸ੍ਰਿਸ਼ਟੀ ਖਤਮ ਹੋ ਜਾਂਦੀ ਹੈ, ਖਤਮ ਨਹੀਂ ਹੁੰਦੀ, ਸਰੀਰ ਖਤਮ ਹੋ ਜਾਂਦੇ, ਜਿਹੜੀਆਂ ਰੂਹਾਂ ਉਹਨਾਂ ਨੂੰ ਵਾਹਿਗੁਰੂ ਆਪਣੀ ਮਾਇਆ ਵਿੱਚ ਲੀਨ ਕਰ ਲੈਂਦਾ। ਜਿਵੇਂ ਦਿਨਾਂ ਨੂੰ ਵੀ ਆਕਾਸ਼ 'ਚ ਤਾਰੇ ਹੁੰਦੇ, ਸੂਰਜ ਦੀ ਲਾਈਟ ਕਰਕੇ ਨਜ਼ਰ ਨਹੀਂ ਆਉਂਦੇ, ਇਸ ਤਰ੍ਹਾਂ ਜਿਹੜੀਆਂ ਰੂਹਾਂ ਹਨ ਉਹ ਵਾਹਿਗੁਰੂ ਆਪਣੀ ਮਾਇਆ 'ਚ ਰੱਖਦਾ, ਕਿਉਂਕਿ ਜੀਵਾਂ ਦੇ ਜਿਹੜੇ ਕਰਮ ਹਨ ਉਹ ਖੀਣ ਹੋ ਗਏ ਹਨ। ਜਿਵੇਂ ਜ਼ਿਮੀਂਦਾਰ ਲੋਕ ਹਨ, ਜਿਹੜਾ ਖੇਤ ਫਸਲ ਦੇਣੋਂ ਹਟ ਜਾ, ਉਹਨੂੰ ਕੁਝ ਚਿਰ ਲਈ ਸਨਮੇ ਰੱਖਦਾ ਨਾ, ਫਿਰ ਉੱਚੀ ਬਹੁਤੀ ਫਸਲ ਹੋਣ ਲੱਗ ਜਾਂਦੀ। ਜਦੋਂ ਇਹ ਜੀਵ ਜ਼ਿਆਦਾ ਪਾਪੀ ਹੋ ਜਾਂਦੇ ਆ, ਫਿਰ ਇਹਨਾਂ ਦੇ ਕਰਮ ਜਿਹੜੇ ਹਨ ਗਾਹਾਂ ਉਗਣ ਜੋਗੇ ਨਹੀਂ ਰਹਿੰਦੇ, ਇਹਨਾਂ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ। ਫਿਰ ਇਹ ਸਵਾਸ ਸਵਾਸ ਵਾਹਿਗੁਰੂ ਦਾ ਭਜਨ ਕਰਦੇ, ਫਿਰ ਇਹਨਾਂ ਵਿੱਚ ਦੁਬਾਰਾ ਜਨਮਣ ਦੀ ਸ਼ਕਤੀ ਪੈਦਾ ਹੁੰਦੀ। ਫਿਰ ਵਾਹਿਗੁਰੂ ਆਪਣੀ ਇੱਛਾ ਦੇ ਅਨੁਸਾਰ ਜਬੁਤ ਕਰਹ ਕਰਾ ਕਰਤਾਰਾ, ਪ੍ਰਜਾ ਧਰਤਬ ਦੇਹ ਅਪਾਰਾ, ਜਬ ਆਕਰਹ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਇਸ ਤਰ੍ਹਾਂ ਦੀ ਉਹ ਖੇਡ ਕਰਦਾ। ਇਹ ਜਿਹੜੇ ਉਹਦੇ ਪਰਲੋ ਦੇ ਪ੍ਰਕਾਰ ਹਨ ਜਾਂ ਜਨਮ ਉਤਪਤੀ ਦੇ ਪ੍ਰਕਾਰ ਹਨ, ਇਹਨਾਂ ਬਾਰੇ ਵਿਦਵਾਨਾਂ ਦੀ ਇੱਕ ਰਾਇ ਨਹੀਂ, ਬੇਅੰਤ ਪ੍ਰਕਾਰ ਦੀਆਂ ਰਾਇਆਂ ਹਨ।
महाराज ने तो सीधी गल नवेड़ती, पिता का जन्म के जाने पूत। वाहिगुरु समझ सकदा अपनी लीला नूं, जा की लीला की मित ना है, उहदी लीला की कोई मित मर्यादा वर्णन नहीं की जा सकती। पर फिर भी विद्वानां सोझी वालियां ने कुछ ना कुछ कहण दा यतन कीता। जिहड़ी साइंस नूं तुसीं अज वेखदे ना बहुत वध गई, हाले नहीं साइंस उत्थे ताईं वधी जिथे तक रामचंद्र जी वेले सी, कृष्ण जी वेले सी। ये कई बारी वधी है, कई बारी घटी है। रामचंद्र जी वेले साइंस बड़ी वधी है, उदों भी उड़न खटोले सन। कईयां दा ख्याल है पिया जहाज हुणे ही बने, ये उदों भी हैगे सन। कृष्ण महाराज वेले ऐसी साइंस सी, जिले लंका दा राजा सुरांक आया, कृष्ण महाराज ने ब्राह्मण का रूप धारिया। कहन लगे राजन तू किधर लड़ेगा? कहन लगा मैं दुर्योधन वाला। कहन लगे तेरा करतब की है? कहते जाति दे मैं एक बंदे नूं तीर मार दियां सारे जाति दे बिन्ने जाते हैं। उन्हीं क्या बखा। कृष्ण महाराज मैं बोर्ड का एक पत्ता अपने चरण थले रख लिया, कहते बिन के बखा। जदों बोर्ड के एक पत्ते विच तीर मारिया सारे पत्ते बिन्ने गए। कोई देख लो इस तरह की कला सी उस वेले। जिले उन्हें चरणा थले वाला पत्ता वेख्या उहदे च सल होया। इत्थे तक साइंस अगे भी वध चुकी है। अज लोग कहते असीं बहुत तरक्की कर गए, तरक्की कई बारी हुई कई बारी घटी, इसका कोई पता नहीं लगता। अज साहें तेल मिलना बंद हो जाए, सारी मशीनरी ठप होकर सुआह हो जाएगी। तेल नाल ही है ना, अक्सर जखीरे हैं धरती च एक दिन मुकने ही मुकने। ये गल साइंसदान भी कह रहे हैं कि जखीरे दिनों दिन बहुत ज्यादा घट रहे हैं। और जिहड़ी ऑक्सीजन है बहुतियां गड्डियां चलन दे नाल घट रही है। बंदियां दी उमरां भी घट रही, फिफड़े भी कमजोर हो रहे, और शरीर दे ते बुद्धि दे बाल नेत्रां दी ज्योति क्षीण हो रही। दिनों दिन साइंस जिहड़ी है ये बंदे दी उम्र घटा रही है, बंदे दी निगाह घटा रही है, बंदे दी बुद्ध घटा रही है। आ सामने वेखदे हैं साडे बजुर्गां दे चेहरिਆਂ ते जिहड़ी रौनक अज दे नौजवानां दे चेहरिਆਂ ते है नहीं। गज के बोलो साथ न, इन्हीं पुराने घ्यो खाधे हुए हैं, हाले भी कुछ रौनक अज दे नौजवानों का घ्यो में नहीं हजम होंदा, क्योंकि उसका जीवन चाह तो शुरू होंदा। पुराने बजुर्गों का जीवन दुध लस्सी मक्खन दही और पिन्नियां तो शुरू होंदा सी। हुण अज दा नौजवान तां पिन्नी वेख के उवें उल्टी करन लग जांदा। भाव हाजमा इतना कमजोर है, जो हाजमा कमजोर हो गया सेहतां आपे कमजोर हो गई। और वही विचार साइंस युग ने बंदे दे शरीर जड़े मशीनरी की ओट करके कमजोर हो गए, बल क्षीण होने लग गया। बंदा कहता मैं बल वाला बन गया, पर अगे वाला बल नहीं रह गया। सो रहो विचार इस तरह साध संगी फिर जिहड़ी धरती उन्होंने पानी विच लीन करदा, परलो दा प्रकार मैं कह दिता। पर वाहिगुरु उस वेले भी एक रस परिपूर्ण रहिंदा। अंत पूर्ण परमेश्वर परलो भाव दुनिया के अंत समय भी परमेश्वर पूर्ण रहिंदा। वेद विच भी ऐसा लिखिया ओम पूर्णमदा पूर्णमिदं पूर्णमात् पूर्णमदुच्यते पूर्णस्या पूर्णमादाय पूर्णमेव अवशिष्यते। वेद विच भी ऐसा मंत्र लिखिया। वाहिगुरु पहले भी पूर्ण सी, संसार रचना वेले भी पूर्ण रहा, जदों संसार लीन कर लिया उदों भी पूर्ण। पूर्ण जड़ा है वो पूर्ण ही है, उहदे विच कदी कमी नहीं आउंदी, एक रस ही रहिंदा। ऐसा वेदां विच भी लिखिया सिमरंत संत सर्वत्र रमणं। हाँ जिहड़े वाहिगुरु दा सिमरन करन वाले संत हन वो वाहिगुरु नूं कैसा जानते हैं? सर्वत्र रमणं, सारिया जगह विच रमणं, व्यापक रमिया होया। कई लोगों का ख्याल है किसी धर्म स्थान ते ही रब रहिंदा, बाकिया जगह विच नहीं। धर्म स्थान सत्संग दे घर हन, पर वाहिगुरु जर्रे जर्रे विच व्यापक हो रहा। धर्म स्थान बनाए हैं जिथे असां ने इकत्तर होकर वाहिगुरु संबंधी बचन विलास करने हैं। उंज वाहिगुरु की जोत जर्रे जर्रे विच व्यापक है। के सर्वत्र देसे के सर्वत्र भेसे, केड़ा देश केड़ा भेस है, जिथे वाहिगुरु नूं केड़ी जाति केड़ा धर्म है, जिहदे विच वाहिगुरु की कला नहीं काम करती। सिमरंत संत सर्वत्र रमणं, पर रमनशील वाहिगुरु रमिया किन्हां नूं दीदा?
ਜਿਹੜੇ ਸੰਤ ਲੋਕ ਚਾਹੇ ਗ੍ਰਸਥ ਵਿੱਚ ਹਨ ਚਾਹੇ ਵਿਅੰਗਮੀ ਜੀਵਨ ਵਿੱਚ ਹਨ, ਵਾਹਿਗੁਰੂ ਦਾ ਸਿਮਰਨ ਕਰਦੇ। ਸਿਮਰਨ ਕੀਤੇ ਤੋਂ ਬਿਨਾਂ ਵਾਹਿਗੁਰੂ ਨਜ਼ਰ ਨਹੀਂ ਆਉਂਦਾ। ਨਾਨਕ ਅਗਨਾਸਨ ਜਗਦੀਸਰਾ, ਕਹਿੰਦੇ ਜਿਹੜੇ ਵਾਹਿਗੁਰੂ ਨੂੰ ਜਰਰੇ ਜਰਰੇ 'ਚ ਵਿਆਪਕ ਦੇਖਦੇ ਹਨ, ਵਾਹਿਗੁਰੂ ਉਹਨਾਂ ਦੇ ਅਗ ਜੋ ਪਾਪ ਹਨ ਉਹਨਾਂ ਨੂੰ ਨਾਸ ਕਰ ਦੇਣ ਵਾਲਾ ਹੈ। ਜਗਦੀਸਰ ਹੈ, ਜਗਤ ਦਾ ਈਸ਼ਰ। ਜਗਤ ਦਾ ਈਸ਼ਰ ਕੌਣ ਆ? ਪਰਮੇਸ਼ਰ। ਕਈ ਕਹਿੰਦੇ ਰੱਬ ਹੈ ਨਹੀਂ। ਇੱਕ ਛੋਟਾ ਜਿਹਾ ਘਰ ਕਿਸੇ ਮਾਲਕ ਤੋਂ ਬਿਨਾਂ ਨਹੀਂ ਚੱਲਦਾ, ਕੋਈ ਦੇਸ਼ ਨਹੀਂ ਰਾਜੇ ਬਿਨਾਂ ਚੱਲਦਾ। ਆ ਸਮੇਂ ਨਾਲ ਸੂਰਜ ਚੜ੍ਹਦਾ, ਸਮੇਂ ਨਾਲ ਛਿਪਦਾ, ਸਮੇਂ ਨਾਲ ਚੰਦਰਮਾ ਦੀਆਂ ਕਲਾਂ ਵੱਧਦੀਆਂ ਘਟਦੀਆਂ, ਕਿਤੇ ਹਨੇਰੀ ਆਉਂਦੀ ਹੈ, ਕਿਤੇ ਬੰਦ ਹੁੰਦੀ ਹੈ, ਕਿਤੇ ਹੜ੍ਹ ਆਉਂਦੇ, ਕਿਤੇ ਵਰਖਾ, ਕਿਤੇ ਗਰਮੀ ਆਉਂਦੀ, ਕਿਤੇ ਸਰਦੀ। 6 ਰੁੱਤਾਂ ਬਦਲਦੀਆਂ, ਕੌਣ ਬਦਲਾਉਂਦਾ? ਕਿਤੇ ਪਤਝੜ ਆਉਂਦੀ ਹੈ, ਕਿਤੇ ਬਹਾਰ ਆਉਂਦੀ, ਕਿਤੇ ਬਸੰਤ ਆਉਂਦੀ ਹੈ, ਕਿਤੇ ਫੁੱਲ ਲੱਗਦੇ ਆ, ਕਿਤੇ ਫਲ ਲੱਗਦੇ ਆ। ਕੌਣ ਕਰਦਾ ਹੈ? ਕੀ ਬੰਦਾ ਕਰਦਾ ਹੈ? ਸਾਇੰਸਦਾਨ ਇੱਥੇ ਖਲੋਤੇ ਹੈ ਕਿ ਪ੍ਰਕਿਰਤੀ ਕਰਦੀ ਹੈ। ਪਰ ਸਾਇੰਸਦਾਨ ਨੂੰ ਇਹ ਪੁੱਛੋ ਕਿ ਤੂੰ ਇਕੱਲਾ ਆਪਣੀ ਮਾਤਾ ਤੋਂ ਜੰਮਿਆ ਸੀ ਕਿ ਤੇਰੇ ਪਿਓ ਦਾ ਵੀ ਹਿੱਸਾ ਹੈ? ਸਾਇੰਸਦਾਨ ਇੱਥੇ ਖਲੋਤੇ ਪ੍ਰਕਿਰਤੀ ਨੂੰ ਮੰਨਦੇ, ਕੁਦਰਤ ਨੂੰ, ਪਰ ਕੁਦਰਤ ਦੇ ਘਰ ਵਾਲਾ ਕਾਦਰ ਵੀ ਹੈ। ਗੱਜ ਕੇ ਬੋਲੋ ਸਤਿਨਾਮ। ਪ੍ਰਕਿਰਤੀ ਦੇ ਘਰ ਵਾਲਾ ਕੋਈ ਪੁਰਖ ਵੀ ਹੈ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵਤ ਸੁਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਉਹ ਵੇਖਿਆ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਬੜਾਨ। ਆਦੇਸ ਤਿਸੈ ਆਦੇਸ, ਆਦਾ ਨੀਲਾ ਨਾਦਨ ਅਸਤ, ਜੋ ਜੋ ਏਕੋ ਵੇਸ। ਏਕਾ ਮਾਈ, ਇੱਕ ਜੋ ਮਾਈ ਹੈ, ਕੌਣ? ਮਾਇਆ। ਦੂਸਰੇ ਅਰਥਾਂ ਵਿੱਚ ਏਕ ਅਮਾਈ, ਇੱਕ ਜੋ ਵਾਹਿਗੁਰੂ ਮਾਇਆ ਤੋਂ ਰਹਿਤ। ਏਕਾ ਮਾਈ, ਜਦੋਂ ਉਸਨੇ ਮਾਇਆ ਆਪਣੇ ਘਰ ਵਾਲੀ ਪ੍ਰਕਿਰਤੀ ਦੁਰਗਾ ਨੂੰ ਅਸ਼ਰੈਣ ਕੀਤਾ, ਚੰਡੀ ਕਹਿ ਲਓ, ਦੁਰਗਾ ਕਹਿ ਲਓ, ਭਗਉਤੀ ਕਹਿ ਲਓ, ਮਾਇਆ ਕਹਿ ਲਓ, ਸਾਰੇ ਇੱਕ ਹੀ ਨਾਮ ਹਨ। ਪ੍ਰਕਿਰਤੀ ਕਹਿ ਲਓ, ਫਿਤਰਤ ਕਹਿ ਲਓ, ਕੁਦਰਤ ਕਹਿ ਲਓ, ਸਾਰੇ ਇੱਕ ਹੀ ਨਾਮ ਹਨ। ਜਦੋਂ ਇਸ ਨੂੰ ਅਸ਼ਰੈਣ ਕੀਤਾ, 3 ਚੇਲੇ ਪਹਿਲਾਂ ਪ੍ਰਵਾਨਿਕ ਪੈਦਾ ਕੀਤੇ। ਇੱਕ ਸੰਸਾਰੀ, ਸੰਸਾਰ ਨੂੰ ਪੈਦਾ ਕਰਨ ਵਾਲਾ ਬ੍ਰਹਮ, ਜਿਹਨੂੰ ਮੁਸਲਮਾਨ ਜਬਰਾਇਲ ਕਹਿੰਦੇ ਆ, ਔਰ ਇੱਕ ਸੰਸਾਰੀ ਇੱਕ ਭੰਡਾਰੀ, ਜਿਹਨੂੰ ਸਾਧ ਸੰਗਤ ਜੀ ਆਪਾਂ ਵਿਸ਼ਨੂੰ ਕਹਿੰਦੇ ਆ। ਮੁਸਲਮਾਨ ਨੂੰ ਅਸਰਾਫੀਲ ਆਦਿ ਕਹਿ ਦਿੰਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਫਿਰ ਇੱਕ ਲਾਏ ਦੀਵਾਨ, ਕਾਲ ਰੂਪੀ ਬਾਣ ਮਾਰਨ ਵਾਲਾ ਸ਼ਿਵ ਜੀ, ਜਿਹਨੂੰ ਅਜਰਾਈਲ ਆਦਿ ਕਹਿ ਦਿੰਦੇ ਹਨ। ਨਾਮਾਂ ਦਾ ਭੇਦ ਹੈ, ਫਰਕ ਤਾਂ ਕੋਈ ਨਹੀਂ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵਤ ਸੁਭਾਵੈ, ਜਿਵੇਂ ਵਾਹਿਗੁਰੂ ਨੂੰ ਭਾਉਂਦਾ, ਤਿਵੈ ਚਲਾਵੈ। ਇਹ ਦੇਵਤੇ ਸੁਤੰਤਰ ਨਹੀਂ, ਆਪਣੀ ਇੱਛਾ ਨਾਲ ਜਿਵੇਂ ਚੰਗਾ ਲੱਗਦਾ ਚਲਾਉਂਦਾ ਹੈ, ਉਹਦੀ ਸੱਤਾ ਦੁਆਰਾ ਕੰਮ ਕਰਦੇ ਹਨ। ਜਿਵਤ ਸੁਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਉਵੇਂ ਕੰਮ ਕਰਦੇ ਜਿਵੇਂ ਉਹਦਾ ਹੁਕਮ ਹੈ। ਉਹ ਵੇਖਿਆ, ਉਹ ਵਾਹਿਗੁਰੂ ਇਹਨਾਂ ਨੂੰ ਵੇਖਦਾ, ਸ੍ਰਿਸ਼ਟੀ ਨੂੰ ਵੇਖ ਰਿਹਾ, ਪਰ ਉਹਨਾਂ ਨਜ਼ਰ ਨਾਲ ਉਹਨਾਂ ਨੂੰ ਵਾਹਿਗੁਰੂ ਨਜ਼ਰ ਨਹੀਂ ਆਉਂਦਾ। ਮਾਇਆ ਦੀ ਕਨਾਤ ਵਿੱਚ ਬੈਠਾ ਹੋਇਆ, ਮਾਇਆ ਦੀ ਕਨਾਤ ਦੇ ਅੰਦਰ ਬੈਠਾ ਹੋਇਆ, ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਬਹੁਤਾ ਇਹ ਵਡਾਨ। ਮਹਾਰਾਜ ਸਿੱਧਾਂ ਨੂੰ ਸਵੇਰ ਪਰਵਤ ਤੇ ਉਪਦੇਸ਼ ਦਿੰਦੇ, ਕਹਿੰਦੇ ਬਾਬਾ ਨਾਨਕ ਇਹ ਸਿੱਧੋ ਇਹ ਬਹੁਤ ਵੱਡਾ ਅਸਚਰਜ ਆ। ਇਸ ਕਰਕੇ ਆਦੇਸ ਤਿਸੈ ਆਦੇਸ, ਅਸੀਂ ਉਸ ਅਕਾਲ ਪੁਰਖ ਨੂੰ ਆਦੇਸ ਨਮਸਕਾਰ ਕਰਦੇ। ਆਦ ਨੀਲਾ ਨਾਦ ਅਨੰਤ, ਜੋ ਜੁਗ ਏਕੋ ਵੇਸ, ਜਿਹਦਾ ਆਦ ਅੰਤ ਸ਼ੁਮਾਰ ਨਹੀਂ ਗਿਣਤੀਆਂ ਮਿਣਤੀਆਂ ਦੁਆਰਾ ਭਾਈ ਪਾਇਆ ਜਾਂਦਾ। ਅਨਾਹਤ, ਜੋ ਹੱਥ ਤੋਂ ਰਹਿਤ ਹੈ, ਇੱਕ ਰਸ ਵਾਹਿਗੁਰੂ ਬ੍ਰਹਮ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਹੈ ਜਗਤ ਦਾ ਈਸ਼ਰ। ਜਦੋਂ ਕਾਸ਼ੀ ਮਹਾਰਾਜ ਗਏ, ਉੱਥੇ ਦਾ ਮੁਖੀ ਪੰਡਤ ਬ੍ਰਹਮਦਾਸ ਸਤਿਗੁਰੂ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਜਿਹੜੀ ਸ੍ਰਿਸ਼ਟੀ ਹੈ ਇਹ ਕਾਰਨ ਮਾਇਆ ਨੇ ਰਚੀ। ਮਹਾਰਾਜ ਕਹਿੰਦੇ ਨਹੀਂ, ਤੂੰ ਭੁਲੇਖੇ ਵਿੱਚ ਹੈ, ਕਿਉਂਕਿ ਹਿੰਦੂ ਮਤ ਵਿੱਚ 5 ਈਸ਼ਰ ਮੰਨੇ, ਦੁਰਗਾ, ਵਿਸ਼ਨੂੰ, ਸ਼ਿਵ ਜੀ ਔਰ ਸੂਰਜ, ਗਣੇਸ਼, ਉਹਨੀ 5 ਰੱਬ ਮੁਖੀ ਮੰਨੇ ਹਨ। ਕਹਿਣ ਲੱਗੇ ਕਾਰਨ ਮਾਇਆ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨਹੀਂ ਨਹੀਂ ਬ੍ਰਹਮਦਾਸ ਜੀ, ਕਾਰਨ ਕਰਤੇ ਵਸ ਹੈ ਜਿਨ ਕਲ ਰਾਖੀ ਧਾਰ। ਇਹ ਜਿਹੜੀ ਕਾਰਨ ਮਾਇਆ ਕਰਤੇ ਵਾਹਿਗੁਰੂ ਦੇ ਵਸ ਵਿੱਚ ਹੈ। ਜਿਹਨਾਂ ਆਪਣੀ ਕਲਾ ਸ਼ਕਤੀ ਧਾਰੀ ਮਾਇਆ ਜਿਹੜੀ ਰੱਬ ਦੇ ਇੱਕ ਦੇਸ਼ ਵਿੱਚ ਆ, ਸਾਰੇ ਦੇਸ਼ 'ਚ ਨਹੀਂ।
जिवें चिट्टे रंग का हाथी होवे, उहदी पूछ ते काली धारी होवे ना, सारा हाथी चिट्टा एक देश विच जिवें धारी है, रब दे एक देश विच माया, सारे देश च माया नहीं है। रब दी जिहड़ी माया छाया महामाया तां की है छाया। ये महामाया जिहड़ी माई है ना, दुर्गा कह लो या प्रकृति कुदरत कह लो, ये रब दी छां है। जिवें बंदे दी छां बंदे दे मगर जांदी है ना, इस तरह रब दी माया रब दे मगर जांदी है। गज के बोलो सतनाम। पर है बली बहुत, इहदा छल बड़ा। अर्जन ने कहा सी ना कृष्ण महाराज नूं, मैनूं माया विखाओ। महाराज कहंदे माया नहीं वेखी दी हुंदी। ये माया ने शिव जी दे पब चकारते सन, ब्रह्मा विष्णु दे माया ना वेख, इंद्र दे ये बड़ी डाढ़ी है। मम माया दुरत्या। कृष्ण महाराज कहन लगे मेरी माया दुरत्या, कठिन है, माया नहीं वेखी दी हुंदी। कहंदा नहीं, फड़ फिर गड़वा। गड़वा फड़ा लिया, आ गया जमुना किनारे। चंगा फिर असीं दातन कर लैने आ, तू जमुना में स्नान कर लै। जिले स्नान करन वड़िया, भगवान कृष्ण चंद्र ने माया वरताती। की वेखदा उत्थे एक बादशाह दा लड़की है, सुंदर नौजवान ब्याहण वाली, उहदा स्वंबर रचिया। इन स्वंबर में जाके शर्त तोड़ती, लड़की ब्याह लई। साध संग जी तो 12 कन्या ते कुछ पुत्र पैदा किए। साध संग ऐसा समा आया, बहुत वड्डा जल जलाओ किया। एक दिन ये घर वाली मर गई। जदों संस्कार लई गया, ये भी चिखा विच सड़ के मरन लग गया। खैर इनू रोक दिता गया, रुके ना, समझाया, रुक गया। अखीर साध संग जी के नगर नूं चले गया। उत्थे महाभारत की कथा हुंदी सी। अर्जुन कृष्ण का प्रसंग आया। इन्हें अपनी छाती दे हाथ मारिया, कहता मैं हाँ। उन्हें क्या होता द्वापर च हो चुके, हुण कल जो गया। उन्हें फड़ के चंगा इनू कुटिया, तांबड़ फेरिया। हुण इन डरदे ने अपना नाम आजनबी रखा लिया। घुमदा घुमाउंदा आ गया। कृष्ण महाराज कहते युधिष्ठिर नूं अर्जुन नूं बुला के लिया। जिले बुलाया, वो कृष्ण महाराज बुलाउंदे हन। कहंदे अकल की गल करो, तो द्वापर च हो चुके हैं। मैं अगे अर्जुन कहा कि बड़ी कुट खाधी है। माया जू वरती हो सी, कोल देखो बैठे दातन करते हैं, पछाण ही नहीं रहा ऐसी माया वरती। वो कहना मैं तेरा भरा युधिष्ठिर हूं। कहना चुप कर, तू ना कह बैठी कुट ना खाई, मैं मसी बच के आया। कहते महाराज ये की गल्लां करदा। कहंदा सी ना माया विखाओ, वेखी फिर। कहंदे नूं गोता दे लिया जमुना च। जिले गोता दिता, उत्थे कृष्ण महाराज दातन करदे ते अर्जुन डोलू लई खड़ा। गज के बोलो सतनाम। ये माया पै गई। मलतानी दास ते पाई सी ना, मलतानी राम ते बाबा नानक ने। जन्म साखी प्रसंग है, हुण समा नहीं वर्णन करा। ये बड़ी छलनी है। पाई का छल किन्हां दे नहीं पैंदा, जिहड़े अछल वाहिगुरू की पूजा करते ते जिहड़े पूजा ही माया की करते हैं, नहीं तो छले ही जाना है। अछल छलाई नह चल, नह घाओ कटारा कर सकै, ज्यों साहिब राखै त्यों रहै, इस लोभी का ज्यो टाल पलै। पूथी प्राण कमाइयै, पौ बट्टी इतन पाइयै, सच बूझण आन बजाइयै, ए तेल दीवा इउं जलै, कर चानण साहिब तो मिलै। जे साहिब नूं मिलना चाहना, अपने हिरदे विच ज्ञान रूपी दीवे का प्रकाश कर। जिन के अतसै भल के भाग पले, अस दीपक तामन धाम जले। जिन्हां दे अतसे करके मस्तक दे भाग उच्चे सुच्चे हन, उन्हां दे हिरदे विच ज्ञान रूपी दीवा जगदा, वरना हरेक दे नहीं जगदा। आज ये दीवे बुझते जा रहा ज्ञान दे। क्यों? अंतशकर नूं चमुखिया दीवा बनाना है। करना मैती मुद्दता अपेक्षा दियां वटियां पाउणियां हन। प्रेम रूपी तेल पाउणा है, ज्ञान की तील लाउणी है। फिर सत का प्रकाश होना है। सत ही ब्रह्म वाहिगुरू है। हुण ना तो करना किरपा वाली बिरती रह गई, दूए ते दर्द करनी। जालमाना सुभाव बनते जा रहे हैं। और मैत्री मित्रता वाला भाव भी मित्र का मित्र बैरी बनया होया है।
ਅਪੇਖਿਆ ਅਪਰਾਮਤਾ ਵੀ ਨਹੀਂ। ਸੰਸਾਰ ਵਿੱਚ ਇੰਨੇ ਗਹਿ ਗੱਚ ਹਨ ਮੋਹ ਦੀ ਦਲਦਲ ਵਿੱਚ, ਕਦੀ ਸਮਾਂ ਹੀ ਨਹੀਂ ਮਿਲਦਾ ਧਰਮ ਸਥਾਨਾਂ ਦੇ ਜਾ ਕੇ ਕਥਾ ਕੀਰਤਨ ਸੁਣੀਏ। ਝੇਡਾਂ ਤਾਂ ਭਾਵੇਂ ਜਿੰਨੀਆਂ ਮਰਜ਼ੀ ਕਰ ਲੈਣ ਘਰ ਬਹਿ ਕੇ। ਔਰ ਅਪੇਖਿਆ ਕਰਨਾ ਮੈਤਰੀ ਮੁਦਤਾ, ਪ੍ਰਸੰਨ ਦੂਏ ਨੂੰ ਦੇਖ ਕੇ ਪ੍ਰਸੰਨ ਹੋਣਾ। ਕਿਸੇ ਦਾ ਜਸ ਵੇਖ ਕੇ ਸਾੜਾ ਭਾਵੇਂ ਕਰ ਲਈਏ, ਪ੍ਰਸੰਨਤਾ ਨਹੀਂ ਆਉਂਦੀ। ਇਹ ਚਾਰ ਹਨ ਵੱਟੀਆਂ। ਪ੍ਰੇਮ ਦਾ ਪਾਉਣਾ ਤੇਲ, ਗਿਆਨ ਦੀ ਲਾਉਣੀ ਤੀਲੀ, ਸਤ ਦਾ ਹੋਣਾ ਪ੍ਰਕਾਸ਼। ਕਰੇਗਾ ਕੌਣ? ਜਨ ਦੀਪਕ ਤੇ ਦੀਪ ਜਗਾਇਓ, ਜਿਨ੍ਹਾਂ ਮਹਾਂਪੁਰਖਾਂ ਦੇ ਹਿਰਦੇ 'ਚ ਇਹ ਗਿਆਨ ਰੂਪੀ ਦੀਵਾ ਜਗਿਆ। ਜਿਨ੍ਹਾਂ ਦੇ ਅੰਦਰ ਸਮੱਗਰੀ ਤਿਆਰ ਆ ਉਹਨਾਂ ਦੇ ਅੰਦਰ ਹੀ ਦੀਵਾ ਜਗ ਸਕਦਾ। ਸਤ ਦਾ, ਗਿਆਨ ਦਾ, ਵਿਚਾਰ ਦਾ। ਸਤਿਗੁਰੂ ਗਰੀਬ ਨਿਵਾਜ ਫਰਮਾਉਂਦੇ ਹਨ, ਵੇਖਣ ਸੁਣਨ ਸੁਨਾਵਨ ਮਨ ਮੈਂ ਦ੍ਰਿੜੀਐ ਸਾਚ। ਦੇਖਣਾ, ਸੁਣਨਾ ਤੇ ਸੁਣਾਉਣਾ। ਗੁਰਾਂ ਦੇ ਦਰਸ਼ਨ ਵੀ ਦੇਖਣੇ ਆ, ਗੁਰੂ ਦਾ ਜਾਂ ਸੁਣਨਾ ਵੀ ਹੈ, ਤੇ ਜਿਹੜਾ ਵਿਦਵਾਨ ਉਹਦਾ ਫਰਜ਼ ਦੂਏ ਨੂੰ ਸੁਣਾਉਣਾ ਵੀ ਹੈ। ਮਨ ਮੈਂ ਦ੍ਰਿੜੀਐ ਸਾਚ, ਅਤੇ ਸੁਣ ਕਰਕੇ ਗੁਰੂ ਦਾ ਜਸ ਮਨ ਵਿੱਚ ਸਤ ਸਰੂਪੀ ਵਾਹਿਗੁਰੂ ਨੂੰ ਦ੍ਰਿੜ ਕਰਨਾ, ਨਿਸ਼ਚੈ ਕਰਨਾ ਹੈ। ਅਸਤ ਵਸਤੂ ਦਾ ਤਿਆਗ ਤੇ ਸਤ ਵਸਤੂ ਦਾ ਗ੍ਰਹਿਣ ਕਰਨਾ ਹੈ। ਪੂਰ ਰਹਿਓ ਸਰਬੱਤਰ ਮੈਂ, ਐਸਾ ਜਾਣਨਾ ਸਤ ਦਾ ਨੇਚਾ ਕੀ ਹੈ। ਵਾਹਿਗੁਰੂ ਨੂੰ ਹਰ ਜਰਰੇ ਵਿੱਚ ਪਰਿਪੂਰਨ ਜਾਣਨਾ। ਹਬ ਸਮਾਣੀ ਜੋਤ ਜਿਉ ਜਲ ਘਟਾਊ ਚੰਦਰਮਾ, ਈਗਾ ਨਿਰਗੁਣ ਉਗੈ ਸਰਗੁਣ ਕੇਰ ਕਰ ਦਵੇ ਸੁਆਮੀ ਮੋਰਾ। ਇਸ ਤਰ੍ਹਾਂ ਦੀ ਅਵਸਥਾ ਧਾਰਨ ਕਰਨੀ ਹੈ। ਜਰਰੇ ਬਰੇ ਜਰਰੇ ਵਿੱਚ ਉਹਦੀ ਜੋਤ ਵੇਖਣੀ ਹੈ। ਜਿਵੇਂ ਭਗਤ ਨਾਮਦੇਵ ਸਰਕੜਾ ਵੱਢਣ ਗਏ, ਛੱਪਰ ਜਿਹੜਾ ਸੀ ਨਾ ਉਹ ਦੁਬਾਰਾ ਬਣਾਉਣਾ ਸੀ। ਹੁਣ ਅੰਮ੍ਰਿਤ ਵੇਲੇ ਤਰੇਲ ਪਈ ਤੇ ਆਮ ਲੋਕ ਵੱਢਦੇ ਹਨ, ਚੀਰਨਾ ਹੁਣ। ਜਦੋਂ ਦਾਤੀ ਮਾਰੀ, ਤਰੇਲ ਦੇ ਤੁੱਪ ਕੇ ਡਿੱਗੇ, ਕਹਿਣ ਲੱਗੇ ਦਾਤੀ ਵੱਜਣ ਇਹਨੂੰ ਦੁੱਖ ਹੋਇਆ ਤੇ ਰੋਣ ਲੱਗ ਪਿਆ। ਦੇਖੋ ਕੱਖਾਂ 'ਚ ਵੀ ਬ੍ਰਹਮ ਵੇਖਣ ਲੱਗ ਪਿਆ। ਉਹ ਦਾਤੀ ਆਪਣੇ ਲੱਤ ਤੇ ਮਾਰ ਲਈ, ਕਹਿੰਦੇ ਹੁਣ ਪਤਾ ਲੱਗਾ ਨਾ ਬਗਾਨਿਆਂ ਨੂੰ ਦੁੱਖ ਦਿੰਨਾ। ਬਾਪਿਆ ਭਗਵਾਨ ਪ੍ਰਗਟ ਹੋ ਗਿਆ। ਉਹ ਨਾਮਦੇਵ ਸਰਕੜੇ 'ਚ ਵੀ ਮੈਨੂੰ ਜਾਣਦਾ, ਕਹਿੰਦੇ ਦੱਸ ਹੈ ਨਹੀਂ ਤੂੰ ਇਹਦੇ 'ਚ। ਪਰ ਇਹ ਅਵਸਥਾ ਨਾਮੇ ਨੂੰ ਮਿਲੀ ਆ ਨਾ, ਤਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠਾ ਨਾ। ਐਵੇਂ ਤਾਂ ਨਹੀਂ ਨਾਮਦੇਵ ਦਾ ਜਸ ਹੋ ਰਿਹਾ, ਪਰ ਇਹ ਅਵਸਥਾ ਬਹੁਤ ਦੂਰ ਆ, ਖੇਡ ਨਹੀਂ ਕਿ ਐਵੇਂ ਅੱਜ ਸਾਨੂੰ ਗੁਰਸਿੱਖਾਂ 'ਚ ਰੱਬ ਦਿਸਣੋਂ ਹਟ ਗਿਆ। ਇੱਕ ਦੂਏ ਦੇ ਕਿੰਤੂ ਪ੍ਰੰਤੂ ਕਰਦੇ, ਨਫ਼ਰਤ ਕਰਦੇ। ਧੰਨ ਨਾਮਦੇਵ ਜਿਹਨੂੰ ਕੁੱਤਿਆਂ 'ਚ ਵੀ ਰੱਬ ਵੇਖਿਆ, ਘਾਹ ਫੂਸ ਵਿੱਚ ਵੀ ਰੱਬ ਦੇਖਿਆ। ਜਲ ਥਲ ਮਹੀਲ ਪਾਰ ਬ੍ਰਹਮ ਰਵਿਆ ਵਿੱਚ ਬਣਾ, ਜੰਗਲਾਂ ਵਿੱਚ ਦਰਖਤਾਂ ਵਿੱਚ ਵੀ ਵੇਖਿਆ ਉਸ ਨੂੰ। ਵੇਖਣ ਸੁਣਨ ਸੁਨਾਵਨ ਮਨ ਮੈਂ ਦ੍ਰਿੜੀਐ ਸਾਚ, ਪੂਰ ਰਹਿਓ ਸਰਬੱਤਰ ਮੈਂ। ਵਾਹਿਗੁਰੂ ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ ਹੈ। ਨਾਨਕ ਹਰ ਰੰਗ ਰਾਚ, ਨਜ਼ਰ ਕਿਹਨਾਂ ਨੂੰ ਆਉਂਦਾ? ਜਿਹੜੇ ਵਾਹਿਗੁਰੂ ਦੇ ਰੰਗ ਪ੍ਰੇਮ ਵਿੱਚ ਰਾਚ ਰਚੇ ਹੋਏ ਹਨ, ਦਿਨ ਰਾਤ ਲੀਨ ਹਨ। ਰਾਏ ਬਲਾਰ ਵਾਂਗ ਵਾਹਿਗੁਰੂ ਦੇ ਪਿਆਰ ਵਿੱਚ ਭਿੱਜੇ ਹੋਏ ਹਨ। ਪੀਰ ਬੁੱਢਣ ਸ਼ਾਹ ਵਾਂਗ ਵਾਹਿਗੁਰੂ ਦੇ ਪਿਆਰ ਵਿੱਚ ਭਿੱਜੇ ਹੋਏ ਹਨ। ਜ਼ਕੂਬ ਤੇ ਜਲਾਲਦੀਨ ਭੀਖਣ ਸ਼ਾਹ, ਬੁੱਧੂ ਸ਼ਾਹ ਵਾਂਗੂ ਪਿਆਰ ਵਿੱਚ ਭਿੱਜੇ ਹਨ। ਭਾਈ ਮੱਝ ਵਾਂਗੂ, ਭਾਈ ਬਹਿਲੋ ਵਾਂਗੂ, ਔਰ ਭਾਈ ਜੇਠਾ ਪ੍ਰਾਣਾ ਵਾਂਗੂ ਗੁਰੂ ਦੇ ਪਿਆਰ ਵਿੱਚ ਵਿਧੀ ਚੰਦ ਵਾਂਗੂ ਭਿੱਜੇ ਹੋਏ ਹਨ। ਉਹਨਾਂ ਨੂੰ ਵਾਹਿਗੁਰੂ ਨਜ਼ਰ ਆਉਂਦਾ। ਪੌੜੀ ਹਰ ਏਕ ਨਰੰਜਨ ਗਾਈਐ, ਸਭ ਅੰਤਰ ਸੋਈ। ਅਰਥ ਦਾ ਹੋਰ ਖੁਲਾਸਾ ਕਰਨਗੇ। ਹਰੀ ਜੋ ਇੱਕ ਹੈ ਵਾਹਿਗੁਰੂ, ਮਾਇਆ ਰੂਪੀ ਕਾਲਕ ਤੋਂ ਰਹਿਤ ਗਾਈਏ ਉਹਦਾ ਜਸ, ਜਿਹੜਾ ਕਿ ਸਾਰਿਆਂ ਦੇ ਅੰਤਰਾਤਮੇ ਬਿਰਾਜਮਾਨ ਹੈ। ਕਾਰਨ ਕਾਰਨ ਸਮਰੱਥ ਪ੍ਰਭ, ਉਹ ਪ੍ਰਭੂ ਸਾਰੇ ਕਾਰਨਾਂ ਨੂੰ ਕਰਨ ਵਿੱਚ ਸਮਰੱਥ ਹੈ। ਜੋ ਚਾਹੇ ਕਰ ਸਕਦਾ। ਕੰਗਾਲ ਨੂੰ ਬਾਦਸ਼ਾਹ ਬਣਾ ਸਕਦਾ, ਬਾਦਸ਼ਾਹ ਨੂੰ ਕੰਗਾਲ ਬਣਾ ਸਕਦਾ। ਖਿਨ ਮੈਂ ਰਾਉ ਰੰਗ ਕੋ ਕਰਈ, ਰਾਉ ਰੰਗ ਕਰ ਡਾਰਾ, ਰੀਤੇ ਪਰੇ ਪਰੇ ਸਖਨਾਵਾ ਜੇ ਤਾਕੋ ਵਿਵਹਾਰ ਹੈ। ਗੁਰੂ ਹਰਿਰਾਏ ਸਾਹਿਬ ਕੋ ਪਟਿਆਲੀਆਂ ਦੇ ਬਜ਼ੁਰਗ ਕਾਲਾ ਸੰਦਲੀ ਦੇ ਫੂਲ ਨੂੰ ਲੈ ਕੇ ਆਇਆ ਸੀ ਨਾ, ਨੰਗੇ ਪੇਟ ਢਿੱਡ ਵਜਾਉਣ। ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਕਾਲਿਆ ਇਹ ਬੱਚੇ ਢਿੱਡ ਵਜਾਉਂਦੇ ਗੱਲ ਕੀ ਹੈ? ਕਹਿੰਦੇ ਮਹਾਰਾਜ ਆਪ ਅੰਤਰਜਾਮੀ ਭੁੱਖੇ ਆ, ਖਾਣ ਨੂੰ ਮੰਗਦੇ, ਹੋਰ ਕੀ ਹੈ? ਜਿਹੜੇ ਭੁੱਲਰ ਗੋਦ ਦੇ ਜੱਟ ਸਨ ਨਾ, ਉਹ ਇਹਨਾਂ ਦੇ ਪੈਰ ਨਹੀਂ ਸੀ ਲੱਗਣ ਦਿੰਦੇ। ਭੁੱਲਰਾਂ ਦਾ ਬਜ਼ੁਰਗ ਸੀ ਜੈਦ ਪ੍ਰਾਣਾ, ਉਹਨਾਂ ਦਾ ਜ਼ੋਰ ਸੀ ਉਸ ਵੇਲੇ ਮਾਲਵੇ 'ਚ। ਕਹਿੰਦੇ ਮਹਾਰਾਜ ਭੁੱਖੇ ਹਨ, ਸਾਨੂੰ ਕਿਤੇ
ना दिन टिकना पैंदा ना रात, लोग के दिन कटते हैं। जैद प्राण का जोर बहुत है। उदों आम जंगले पए हुंदे सन, आबादी घट सी। सो सतगुरु जी कहन लगे नहीं कालिया, इन्हां दा तां सतलुज तो लैके जमुना तक राज है। आ देख लो किनियां पुश्तां राज रहा। फिर करीतियां करके गुरमत नूं त्याग करके राज गवा लिया ते किसे दे वस नहीं। सतगुरु ने तो महान बख्शिश की ना, ते जे गुरु के असूलों ते रहिंदे ते बख्शिश सदा रहनी सी। जदों गुरमत नूं छड्डण लग पए, ऐश प्रास्ती विच पै गए, ताप खीण हो गया, ये राज जांदा रहा। सो इस करके साध संगत जी गुरु साहब भुखे मरदियां नूं ढिड वजाउंदियां नूं राज दे सकदे हन गुरु हरराज साहब। पर जे कोई गुरु के चरण फड़ लै, गुरु का प्यारा बन जाए, ये बादशाह कगाल हो सकता है जे हकार करे गुरु के नाल अड़े। सतगुरु जी फरमाउंदे हन, ओ वाहिगुरु परमेश्वर भाई कारण कारण समर्थ प्रभ, वो सारे कारणों नूं करन विच समर्थ है। जिवें महाराज एक जगह गए ना, एक बच्चा मणा पाया होया ते छोलियां दी राखी करदा। सतगुरु जी बैठे सन, दर्शन करके रह ना सकिया। पिछले किसी कर्म ने सहायता की, गुरु साहब के चरणों च आया, डड्डे लै आया, पराली विछाती बहन नूं, इत्थे सजो महाराज, संत जी इहदे ते बैठो। महाराज मेरे को आह ही आ, जे कहंदा होला करके चबावां। सतगुरु जी कहंदे ठीक है, प्रेम दियां ये बहुत चंगियां हन, प्यार दियां सुखियां रोटियां साध संगत जी बैर भावना दियां गिलियां नालों चंगियां हन। रुखी मिस्सी खाए के ठंडा पानी पियो, वेख पराई चोपड़ी ना तरसाई जियो, रोटी मेरी काट की लावण मेरी भुख, जिन्हां खाधी चोपड़ी घने सहणगे दुख। चोपड़ी का मतलब कि जिहड़े हराम की कमाई खांदे हन। काठ की रोटी का की मतलब है, जिहड़ा अपनी धर्म की किरत का खुश कंन खांदे हन। होर ये नहीं भी लकड़ की रोटी खाण लग पिया सी बाबा फरीद। काठ की रोटी का मतलब है अपनी धर्म की किरत मेहनत का अन्न। काठ का मतलब ये, सो रहो विचार। साध संगत जी होला सतगुरु जी ने भी रसनी लायक कीतियां, भाई बाला मरदाना इस लड़के नूं भी बख्शियां छकियां। हाथ जोड़ के खड़ गया, महाराज मैं आप जी की कोई खिदमत नहीं कर सकिया, गरीब बालक हाँ, तुहानू कोई विछाउणा विछा के नहीं दे सकिया, अमीरां वाली सेवा नहीं कर सकिया। सतगुरु गरीब नवाज हन, अमीर नवाज तो उन्होंने अज तक किसी ने कहा ही नहीं। कहते हैं सथर तेरा लेफ निहाली, भाव तेरा पकवान, नानक सेवती रजे आओ बहु सुल्तान। जड़ी तैं पराली बिछाई है, ये साडे वास्ते बहुत सुंदर तलाइयां बिछाइयां हन, रजाइयां बिछाइयां हन। जड़ा तैं प्रीति भोजन छकाया होला, ये साडे वास्ते मठियाइयां देसी घ्यो दियां चौंदियां चौंदियां छकाइयां हन। जड़ी तैं अकाल की सिफत की सुनी है, इहदे नाल असीं तृप्त हो गए हाँ। आ काका मेरे कोले आ जा, तू सम्राट है। मरदाना कहता महाराज तुहाडा भी पता नहीं लगता, होला चबाउण वाला लड़का, मणे ते बहण वाला, गरीबां दा नंग धड़ंगा, बांबरियां खिलरियां, सम्राट किवें बन गया? कहंदे मरदाने अकाल दा हुक्म हो गया। हुक्म नहीं मोड़ीदा हुंदा महापुरुषां दा। महापुरुषां दे बचन विच तसीर है, जो कह देण ओह पूरा हो जांदा, चाहे बार दे देण चाहे श्राप दे देण। उन्हां दी जबान दा धारा खंडा हुंदी। संत किसे नूं हथियार नाल नहीं मारदा, सो मूआ जिस मनों बसारे, जिन्हों अपने मनों भुलादा वो आपे ही मर जांदा। संत नूं की लोड़ है हथियार चुकण दी, उहनूं की लोड़ है किसी नाल बैर करन दी। जिन्हों दिलों अतार दिंदा वो वाहिगुरू वालों खत्म हो जांदा। कहण लगे मरदानिया महापुरखां दी रसना दे परमेश्वर रहिंदा। गुरु अर्जन देव कहंदे प्रभ जी वसै साध की रसना। भजन करन वाले जिहड़े साधु हन उन्हां दी रसना ते अकाल पुरख रहिंदा। सिमरन दे बाल नाल उस रसना विच शक्ति आ जांदी है। तुसीं करके वेख लो, तुहाडी जबान च आ जावेगी। गल तां सिमरन दी है ना, जिहड़ा भी करेगा उहदी जबान विच तसीर प्रगट हो जाती है। सो कहण लगे मरदानिया देख रंग करतार की खेडदा। लड़का आ गया, नगर का दरवाजा बंद, राजा मर चुकिया, किरिया हो गई। जंदा लाया, कहते जिहदे हथ लाउण नाल खुल जाए उहनूं राजा बना देना। ये भुखा सी, जिहले जंदा
खड़काया वो खुल गया। उन्हें स्नान करा के राजसी लीड़े पवा करके तख्त ते बहा के केसर का टिक्का ला के राजा डिकलेयर कर दिता गया। महाराज आ गए, जिले पता लगा कि मेरे सतगुरु जी आए जिन्होंने मेरे ते कृपा की, नंगे चरनी भेटा लैके महाराज के चरणों च रखियां ते डडौतां कीतियां। कहंदे महाराज राजा बड़ा प्रेमी है, कहंदे होला वाला मुंडा, गज के बोलो सतनाम। महाराज नूं मरदाना कहंदा महाराज तेरियां तू ही जाने, तेरियां कुदरतां बड़ियां आश्चर्य, तू खेडां बड़ियां नियारियां खेडदा। भाव यह है गुरु नानक साहब के घर की वडियाई। सिखो इस करके मैं तुहानूं बेनती करदा, मन विचों निशर्दकता नूं त्यागो, नास्तिकता नूं ज्ञान की सोहनी बना के हुंज दिओ और गुरु घर च हम हमा के आया करो। मनमुखा सागतां निंदकां दीआं गल्लां नहीं सुणनीआं। शरदा भगती नूं धारण करके प्रेम नूं गुरु के दरबार विच आके सतगुरु दा कीर्तन कथा जस सुनिया करो। फिर साह सही वेखो रंग किवें लगदे हन। वाहिगुरू दीआं बरकतां तुहाडे घरां च 9 निधां 18 सिद्धां आउंदियां कि नहीं? सतगुरु जी किरपा करनगे। तुसीं चाहुंदे असीं सुखी रहीए, तंदुरुस्ती मिले, साडे घर कंगाली ना रहे, माया आवे, पुत दुध मिले। पर जे चीज़ां लैणियां चाहुंदे, मुक्ति ज्ञान पदार्थ सारे नाम दुनियावी पदार्थ ये मिलने सिद्धी नीत नाल गुरु नानक दे चरणों, तां ते शरधा भगती नाल सतगुरां दे दरबार विच आया करो। इस घर चों अज ताईं कोई खाली नहीं गया। जिहड़ा श्रद्धालु आया ऐसा दरबार आ तूचा ताका दरबारा, अंत नहीं किछ पारा वारा। गज के बोलो सतनाम। कारण कारण समरथ प्रभ जो करे सो होई। ਉਹ ਵਾਹਿਗੁਰੂ परमेश्वर सारे ਕਾਰਨਾਂ ਨੂੰ ਕਰਨ ਵਿੱਚ ਸਮਰੱਥ ਹੈ। ਜੋ ਚਾਹੇ ਉਹ ਕਰ ਵਿਖਾਉਂਦਾ ਹੈ, ਉਹੀਓ ਕੁਝ ਹੋ ਜਾਂਦਾ ਹੈ। ਖਿਨ ਮੈਂ ਥਾਪਿਓ ਥਾਪਦਾ, ਖਿਨ ਵਿੱਚ ਜਿਹੜਾ ਕੀੜੇ ਦੀ ਨਿਆਈ ਤੁੱਛ ਸੀ ਉਹਨੂੰ ਰਾਜਾ ਥਾਪੋ ਥਾਪ ਦਾ ਵਿਸ਼ੇਸ਼ ਕਰਕੇ ਥਾਪ ਦਿੰਦਾ ਹੈ। ਔਰ ਜਿਹੜਾ ਥਾਪਿਆ ਹੋਇਆ ਜੇ ਉਹ ਸਾਹਿਬ ਬੇਮੁਖਤਾ ਨੂੰ ਧਾਰਦਾ ਉਹਨੂੰ ਪੁੱਟ ਦਿੰਦਾ ਹੈ। ਤਿਸ ਬਿਨ ਨਹੀਂ ਕੋਈ, उस वाहिगुरु तो बिना भाई साडा होर कोई भी सहायक नहीं है। खंड ब्रह्मांड पाताल दीप, खंड ते ब्रह्मांड जिमें साडा भारत देश है ना, ये एक खंड है। इस तरह के 9 खंड मिल जाण ते एक ब्रह्मांड बनदा। 7 दीप 9 खंड, 9 ते 7 16, 16 अंक संपूर्ण मनिया ना, 16 ਦਾ ਇੱਕ ਬ੍ਰਹਮੰਡ ਬਣਦਾ। 7 ਦੀਪਾਂ ਦਾ 9 ਖੰਡਾਂ ਦਾ। ਦੀਪ ਕਹਿ ਲਓ, ਮੰਡਲ ਕਹਿ ਲਓ, ਇਹ 400 ਯੋਜਨ ਕੋਹ ਦਾ ਹੁੰਦਾ ਮੰਡਲ। ਇਸ ਕਰਕੇ ਜਿਹੜੇ ਬ੍ਰਹਮ ਆਪਣੇ ਖੰਡ ਹਨ ਇਹਨਾਂ ਦੇ ਵਿਸਤਾਰ ਦੀ ਗਿਣਤੀ ਸ਼ਾਸਤਰਾਂ ਨੇ ਵੱਧ ਘੱਟ ਲਿਖੀ ਹੈ, ਇੱਕੋ ਜਿਹੀ ਨਹੀਂ। ਪਰ ਮੰਡਲ ਦੀ ਗਿਣਤੀ ਇਹ ਕੀਤੀ ਹੈ 400 ਕੋਹ ਯੋਜਨ ਦਾ ਇੱਕ ਮੰਡਲ ਮੰਨਿਆ ਹੈ। ਕਹਿੰਦੇ ਉਹ ਖੰਡਾਂ ਤੇ ਬ੍ਰਹਮੰਡਾਂ ਪਾਤਾਲਾਂ 7 ਆਕਾਸ਼ ਮੰਨੇ 7 ਪਤਾਲ, ਇਹ 14 ਹਿੰਦੂ ਔਰ ਮੁਸਲਮਾਨ ਮੰਨਦੇ ਹਨ। ਪਰ ਬਾਬਾ ਨਾਨਕ ਦੇ ਸਿਧਾਂਤ ਵਿੱਚ ਪਾਤਾਲਾ ਪਾਤਾਲ ਲਖ, ਆਗਾਸਾਂ ਆਗਾਸ ਕਹੇ ਹਨ। ਬਿਆੰਤੇ ਆਕਾਸ਼ ਬਿਆੰਤੇ ਪਤਾਲ ਦਸਤਗੀਰ ਨੂੰ ਦਿਖਾਏ ਸਨ ਬਗਦਾਦ 'ਚ। ਔਰ ਦੀਪ ਜਿਹੜੇ 7 ਦੀਪ ਹਨ, ਖੰਡ ਬ੍ਰਹਮੰਡ ਪਤਾਲ ਤੇ ਦੀਪ ਰਵਿਆ, ਉਹਨਾਂ ਵਿੱਚ ਰਵਿਆ ਹੈ ਸਭ ਲੋਈ ਸਾਰੇ ਲੋਕਾਂ 'ਚ। ਸਵਰਗ ਲੋਕ 'ਚ ਵੀ ਮਾਤਲੋਕ, ਸਵਰਗ ਵਿੱਚ ਦੇਵਤੇ, ਮਾਤਲੋਕ ਵਿੱਚ ਮਨੁੱਖ, ਪਤਾਲ ਲੋਕ ਦੇ ਵਿੱਚ ਰਾਕਸ਼। ਕਹਿੰਦੇ ਸਾਰਿਆਂ ਵਿੱਚ ਉਹ ਰਵਿਆ ਹੋਇਆ ਹੈ, 3 ਲੋਕਾਂ ਵਿੱਚ। ਪਰੰਤੂ ਮਹਾਰਾਜ ਫਿਰ ਜਾਣਦਾ ਕੌਣ ਹੈ? ਇਹਨਾਂ ਨੂੰ ਸੋਝੀ ਕਿਉਂ ਨਹੀਂ ਮਿਲਦੀ? ਕਹਿੰਦੇ ਸੰਗਤ ਦੇ ਪ੍ਰਭਾਵ ਥੱਲੇ ਆ ਕੇ ਵਾਹਿਗੁਰੂ ਦਾ ਸਿਮਰਨ ਨੇਕੀ ਛੱਡ ਬੈਠੇ, ਬਦੀ ਨੂੰ ਧਾਰਨ ਕਰ ਲਿਆ। ਮਾਇਆ ਦਾ ਪਰਦਾ ਪੈਣ ਕਰਕੇ ਹਿਰਦਾ ਜਿਹੜਾ ਸੀ ਲੋਭ ਲਾਲਚ ਵਿੱਚ ਕਲੂਖਤ ਹੋ ਗਿਆ। ਇਸ ਕਰਕੇ ਵਾਹਿਗੁਰੂ ਤੋਂ ਦੂਰ ਚਲਾ ਗਿਆ, ਤਾਂ ਹੀ ਉਹ ਨਹੀਂ ਵਾਹਿਗੁਰੂ ਮਿਲਦਾ। ਤੇ ਜਿਨ੍ਹਾਂ ਨੇ ਇਹਨਾਂ ਐਬਾਂ ਦਾ ਤਿਆਗ ਕਰਕੇ ਸਿਮਰਨ ਕੀਤਾ, ਅੰਤਸ਼ਕਰਨ ਸ਼ੁੱਧ ਹੋ ਗਏ, ਉਹਨਾਂ ਨੂੰ ਵਾਹਿਗੁਰੂ ਮਿਲਦਾ ਹੈ ਜਿਨ੍ਹਾਂ ਤੇ ਆਪ ਕਿਰਪਾ ਕਰਦਾ। ਜੈਸੇ ਆਪ ਬੁਝਾਏ ਸੋ ਬੁਝਸੀ, ਜਿਹਨੂੰ ਕਿਰਪਾ ਕਰਕੇ ਸਤਿਗੁਰੂ ਜੀ ਇਹ ਗਿਆਨ ਦੀ ਗੱਲ ਬੁਝਾਉਂਦੇ ਹਨ ਉਹ ਬੁਝਦਾ ਹੈ। ਨਿਰਮਲ ਜਨ ਸੋਈ, ਉਹ ਜਨ ਨਿਰਮਲ ਪਵਿੱਤਰ ਹੈ ਜਿਹੜਾ ਸਾਧ ਸੰਗਤ ਜੀ ਗਿਆਨ ਅਵਸਥਾ ਨੂੰ ਪ੍ਰਾਪਤ ਕਰਕੇ ਅਕਾਲ ਪੁਰਖ ਨੂੰ ਬੁੱਝ ਲੈਂਦਾ, ਉਹ ਜਨ ਪਵਿੱਤਰ ਹੈ। ਜਨ ਇੱਥੇ ਬ੍ਰਹਮ ਗਿਆਨੀ ਦਾ ਨਾਮ ਹੈ।
ਜਨ ਭਗਤ ਦਾ ਨਾਮ ਹੈ, ਜਨ ਪਹੁੰਚੇ ਹੋਏ ਸੰਤ ਦਾ ਨਾਮ ਹੈ, ਜਨ ਸੇਵਕ ਨੂੰ ਵੀ ਕਿਹਾ। ਭਗਤ ਕਹਿ ਲਓ, ਜਨ ਕਹਿ ਲਓ, ਸੇਵਕ ਕਹਿ ਲਓ, ਮਹਾਂਪੁਰਖ ਕਹਿ ਲਓ, ਬ੍ਰਹਮ ਗਿਆਨੀ ਕਹਿ ਲਓ, ਇੱਕੋ ਹੀ ਸ਼ਬਦ ਦੇ ਪਰਿਆਇਵਾਚੀ ਸ਼ਬਦ ਹਨ। ਉਹ ਜਨ ਨਿਰਮਲ ਪਵਿੱਤਰ ਹੈ, ਮੈਲ ਤੋਂ ਰਹਿਤ, ਜਿਤੇ ਵਾਹਿਗੁਰੂ ਕਿਰਪਾ ਕਰਦਾ ਹੈ। ਉਹ ਗਿਆਨ ਅਵਸਥਾ ਨੂੰ ਪ੍ਰਾਪਤ ਕਰਕੇ ਉਸ ਅਕਾਲ ਪੁਰਖ ਨੂੰ ਬੁੱਝ ਲੈਂਦਾ ਕਿ ਉਹਦੀ ਜੋਤ ਹੈ ਜਰਰੇ ਜਰਰੇ ਵਿੱਚ ਸਮਾਈ ਹੋਈ ਹੈ। ਇਹ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਗੁਰੂ ਗਰੀਬ ਨਿਵਾਜ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੈਤਸਰੀ ਵਾਰ ਚੋਂ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮੱਧ ਦਾ ਸ਼ਬਦ ਹੈ, ਜਿਸ ਦੀ ਵਿਚਾਰ ਦਾਸਾਂ ਨੂੰ ਜਿੰਨੀ ਸਤਿਗੁਰੂ ਜੀ ਨੇ ਸਮਤ ਬਖਸ਼ਿਸ਼ ਕੀਤੀ ਹੈ ਉਹਦੇ ਅਨੁਸਾਰ ਬੇਨਤੀਆਂ ਕੀਤੀਆਂ ਹਨ। ਗੁਰਬਾਣੀ ਅਥਾਹ ਸਾਗਰ ਹੈ, ਇਹਦਾ ਅੰਤ ਲੈਣਾ ਬਹੁਤ ਔਖਾ। ਜਿੰਨੀ ਮਹਾਰਾਜ ਸਮਤ ਦਿੰਦੇ ਹਨ, ਜੈਸੀ ਮਤ ਐਸਾ ਪ੍ਰਗਾਸ, ਉਨੇ ਹੀ ਅਰਥ ਆਪਾਂ ਕਰ ਸਕਦੇ ਹਾਂ। ਸੋ ਸਤਿਗੁਰੂ ਜੀ ਕਿਰਪਾ ਕਰਨ, ਹੋਰ ਸੋਝੀ ਬਖਸ਼ਿਸ਼ ਕਰਨ, ਤਾਂ ਜੋ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦੇ ਅਰਥ ਹੋਰ ਸੁਚੱਜੇ ਢੰਗ ਨਾਲ ਕਰਨ ਦਾ ਬਲ ਅਤੇ ਆਪ ਜੀ ਦੀ ਸੇਵਾ ਕਰਨ ਦਾ ਬਲ ਪ੍ਰਾਪਤ ਹੋ ਸਕੇ। ਸੋ ਦਾਸ ਪ੍ਰਬੰਧਕ ਕਮੇਟੀ ਦਾ ਔਰ ਰਾਗੀ ਸਿੰਘਾਂ ਅਤੇ ਮਹਾਰਾਜ ਵਜ਼ੀਰ ਭਾਵ ਹਜ਼ੂਰੀ ਸੇਵਾਦਾਰਾਂ ਦਾ ਅਤੇ ਸਮੁੱਚੀ ਮਾਈ ਭਾਈ ਸਾਧ ਸੰਗਤ ਦਾ ਮਹਾਨ ਧੰਨਵਾਦ ਕਰਦੇ ਹਨ। ਸਤਿਗੁਰੂ ਜੀ ਦੀ ਸਾਡੇ ਸਾਰਿਆਂ 'ਤੇ ਮਹਾਨ ਬਖਸ਼ਿਸ਼ ਹੈ, ਤਾਂ ਜੋ ਅਸੀਂ ਰਲ ਮਿਲ ਕੇ ਗੁਰੂ ਦਾ ਜਸ ਸੁਣਦੇ ਕਰਦੇ ਹਾਂ। ਇਹ ਸਤਿਗੁਰੂ ਜੀ ਦੀ ਸਾਡੇ ਪ੍ਰਤੀ ਇੱਕ ਬਹੁਤ ਵੱਡੀ ਦੇਣ ਹੈ। ਸਤਿਗੁਰੂ ਜੀ ਨੇ ਮਿਹਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਦਾਤ ਬਖਸ਼ੀ, ਪਵਿੱਤਰ ਸਥਾਨ ਬਖਸ਼ੇ, ਸਾਧ ਸੰਗਤ ਕਰਨ ਦੀ ਪ੍ਰਥਾ ਬਖਸ਼ਿਸ਼ ਕੀਤੀ, ਕਥਾ ਕੀਰਤਨ ਬਖਸ਼ੇ ਔਰ ਮਹਾਂਪੁਰਖ ਬਖਸ਼ੇ। ਇਹ ਗੁਰੂ ਸਾਹਿਬ ਦੀਆਂ ਆਪਣੀਆਂ ਦਾਤਾਂ ਹਨ। ਫਿਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ, ਗੁਰੂ ਕੇ ਲੰਗਰ ਬਖਸ਼ਿਸ਼ ਕੀਤੇ, ਬੇਅੰਤ ਪੜਾਰੇ ਬਖਸ਼ੇ ਹਨ। ਧੰਨ ਸਤਿਗੁਰੂ ਅਮਰਦਾਸ ਆਪ ਸਾਰੀ ਜ਼ਿੰਦਗੀ ਬਲੂਣਾ ਦਲੀਆ ਛਕਦੇ ਰਹੇ। ਸੰਗਤਾਂ ਨੂੰ ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੇ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ, ਘਿਆਲੀ ਘਿਓ ਵਾਲੀਆਂ ਖੀਰਾਂ ਸੰਗਤਾਂ 'ਚ ਵਰਤਾਈਆਂ। ਆਪ ਬਲੂਣੇ ਦਲੀਏ, ਆਪ ਬਾਬਾ ਨਾਨਕ ਰੇਤ ਆਕ ਆਹਾਰ ਕਾ ਰੂੜਾਂ ਦੀ ਗੁਰ ਕਰੀ ਵਿਛਾਈ। ਰੇਤਾ ਤੇ ਅੱਕ ਬਾਬਾ ਨਾਨਕ ਫੱਕਦੇ ਰਹੇ, ਰੂੜਾਂ ਦੇ ਵਿਛਾਉਣੇ ਵਿਛਾਉਂਦੇ ਰਹੇ। ਤੇ ਅੱਜ ਸਾਨੂੰ ਕੋਠੀਆਂ ਕਾਰਾਂ ਕਿੰਨੇ ਸੁੱਖ ਆਪਣੇ ਗੁਰਸਿੱਖਾਂ ਨੂੰ ਮਹਾਰਾਜ ਨੇ ਬਖਸ਼ੇ ਹਨ, ਪਰ ਅਸੀਂ ਪਿਆਰਿਓ ਸੁੱਖਾਂ ਨੂੰ ਪਾ ਕੇ ਵਾਹਿਗੁਰੂ ਨੂੰ ਭੁੱਲਣ ਲੱਗ ਗਏ ਹਾਂ। ਨਹੀਂ, ਵਾਹਿਗੁਰੂ ਨੂੰ ਭੁੱਲਣਾ ਨਹੀਂ, ਵਿੱਚੇ ਮਾਇਆ ਪਾਇਆ। ਅਮੀਰੀ ਵਿੱਚ ਰਹਿੰਦਿਆਂ ਵੀ ਰੱਬ ਨੂੰ ਯਾਦ ਰੱਖਣਾ, ਭੁੱਲਣਾ ਨਹੀਂ ਹੈ, ਹਮੇਸ਼ਾ ਯਾਦ ਕਰਨਾ ਹੈ। ਸੋ ਇੰਨੀਆਂ ਬੇਨਤੀਆਂ ਤੋਂ ਦਾਸ ਖਿਮਾ ਦੇ ਜਾਚਕਾਂ ਹਨ ਅਤੇ ਆਪ ਸਾਰਿਆਂ ਦੇ ਧੰਨਵਾਦੀ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦੇ ਅੰਦਰ ਬੈਠੇ ਸੰਸਕਾਰ ਆਪ ਜੀ ਨੇ ਮਹਾਂਪੁਰਖਾਂ ਪਾਸੋਂ ਸ਼ਬਦ ਦੀ ਵਿਚਾਰ ਕਸਮ ਕੀਤੀ ਹੈ, ਆਪਣੇ ਜਨਮ ਸੇ ਕੀਤੇ ਹਨ। ਸੋ ਇਸੇ ਤਰ੍ਹਾਂ ਹਰ ਰੋਜ਼
ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਏਕ ਓੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਹਾਂ ਤੁਛ ਪ੍ਰਭ ਬੁੱਧ ਹਮਾਰੀ। ਵਰਨ ਸਕੋ ਮਹਿਮਾ ਜੋ ਤਿਹਾਰੀ। ਹਮ ਨ ਸਗਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਦਾ ਸੁਧਾਰੀ। ਸ਼੍ਰੀ ਗੁਰ ਸ਼ਬਦ ਕਮਾਏ ਜਿਨ। ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ। ਸਿਰ ਚਰਨਨ ਪਰ ਧਾਰ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਨਮਸਕਾਰੇ। ਪ੍ਰਭ ਸਭੇ ਕਾਜ ਸਵਾਰੇ। ਗੁਰਪੂਰਾ ਨਮਸਕਾਰੇ। ਪ੍ਰਭ ਸਭੇ ਕਾਜ ਸਵਾਰੇ। ਹਰਿ ਆਪਣੀ ਕਿਰਪਾ ਧਾਰੀ। ਪ੍ਰਭ ਪੂਰਨ ਪੈਜ ਸਵਾਰੀ। ਆਪਣੇ ਦਾਸ ਕੋ ਭਇਓ ਸਹਾਈ। ਸਗਲ ਮਨੋਰਥ ਕੀਨੇ ਕਰਤਾ। ਊਣੀ ਬਾਤ ਨ ਕਾਈ। ਰਹਾਉ ਕਰਤਾ ਪੁਰਖ ਤਾਲ ਦਬਾਇਆ। ਪਿਛੈ ਲਗ ਚੱਲੀ ਮਾਇਆ। ਟੋਟ ਨ ਕਤਹੂ ਆਵੈ। ਮੇਰੇ ਪੂਰੇ ਸਤਿਗੁਰ ਭਾਵੈ। ਸਿਮਰ ਸਿਮਰ ਦਇਆਲਾ। ਸਭ ਜੀ ਪਏ ਕਿਰਪਾਲਾ। ਜੈ ਜੈਕਾਰ ਗੁਸਾਈ। ਜਿਨ ਪੂਰੀ ਬਣਤ ਬਣਾਈ। ਤੂੰ ਭਾਰੂ ਸੁਆਮੀ ਮੋਰਾ। ਇਹੋ ਪੁੰਨ ਪਦਾਰ ਤੇਰਾ। ਜਨ ਨਾਨਕ ਏਕ ਧਿਆਇਆ। ਸਰਬ ਫਲਾ ਪੁਨ ਪਾਇਆ। ਜਨ ਨਾਨਕ ਏਕ ਧਿਆਇਆ। ਸਰਬ ਫਲਾ ਪੁਨ ਪਾਇਆ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਨਮਸਕਾਰੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਕਾਰਯੋਗ ਭਗਤ ਵਛਲ ਕਰਣ ਨਿਧਾਨ ਦੀਨਾ ਬੰਧੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਪ੍ਰਤੱਖ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਉਹਨਾਂ ਦੀ ਅਪਰੰਪਾਰ ਕਿਰਪਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਰੋਜ਼ਾਨਾ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਦੇ ਹੋਏ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਭਾਈ ਰਾਮ ਸਿੰਘ ਜੀ ਦੇ ਰਾਗੀ ਜਥੇ ਤੋਂ ਸ਼ਰਵਣ ਕਰਦੇ ਹੋਏ ਆਨੰਦ ਦੀ ਦਾਤ ਪ੍ਰਾਪਤ ਕਰਦੇ ਹੋ। ਉਪਰੰਤ ਗੁਰੂ ਸਾਹਿਬ ਜੀ ਦੀ ਪਰਮ ਪਵਿੱਤਰ ਬਾਣੀ ਦੀ ਵਿਆਖਿਆ ਵਿਚਾਰ ਸ਼ਰਵਣ ਕਰਕੇ ਆਪ ਜੀਵਨ ਮੁਕਤੀ ਦੇ ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਯਤਨਸ਼ੀਲ ਹੋ। ਸੋ ਅੱਜ ਦਾ ਜੋ ਪਵਿੱਤਰ ਮੁੱਖ ਵਾਕ ਹੈ ਇਹ ਪੰਜਵੇਂ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋਂ ਹੈ। ਜਦੋਂ ਸਤਿਗੁਰੂ ਜੀ ਨੇ ਅੰਮ੍ਰਿਤਸਰ ਸਾਹਿਬ ਜੀ ਦੇ ਪਰਮ ਪਵਿੱਤਰ ਸਰੋਵਰ ਦੀ ਰਚਨਾ ਵਾਸਤੇ ਉਦਮ ਕੀਤਾ ਸੋ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਕਾਰਜ ਬਹੁਤ ਵੱਡਾ ਹੈ। ਮਾਈ ਕੀ ਸਾਧਨ ਕੋਈ ਨਜ਼ਰ ਨਹੀਂ ਆ ਰਿਹਾ। ਆਪ ਕਿਰਪਾ ਕਰੋ ਕਿ ਮਾਇਆ ਤੋਂ ਬਿਨਾਂ ਇਹ ਇਤਨਾ ਵੱਡਾ ਕਾਰਜ ਕਿਵੇਂ ਨੇਪਰੇ ਚੜ੍ਹੇਗਾ। ਸਤਿਗੁਰੂ ਜੀ ਨੇ ਆਗਿਆ ਕੀਤੀ ਭਾਈ ਇਹ ਕਾਰਜ ਸਾਡਾ ਨਹੀਂ ਹੈ। ਇਹ ਕਾਰਜ ਅਕਾਲ ਪੁਰਖ ਦਾ ਹੈ। ਉਹਨਾਂ ਦੀ ਆਗਿਆ ਅਨੁਸਾਰ ਸਾਧ ਸੰਗਤ ਦੇ ਭਲੇ ਵਾਸਤੇ ਬਾਬਾ ਗੁਰੂ ਨਾਨਕ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਆਗਿਆ ਹੋਈ ਹੈ, ਜਿਹਦੇ ਅਨੁਸਾਰ ਇਹ ਤਾਲ ਦੀ ਦਰਬਾਰ ਦੀ ਸੇਵਾ ਪ੍ਰਾਰੰਭ ਕੀਤੀ ਹੋਈ ਹੈ। ਉਹ ਆਪ ਹੀ ਸਹਾਇਕ ਹੋਵਣਗੇ ਅਤੇ ਇਸ ਤਾਲ ਤੇ ਦਰਬਾਰ ਦੀ ਕਾਰ ਸੇਵਾ ਵਿੱਚ ਸੰਪੂਰਨਤਾ ਬਖਸ਼ਿਸ਼ ਕਰਨਗੇ।
ਕਿਸੇ ਫਿਕਰ ਔਰ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਸੋ ਸਤਿਗੁਰੂ ਜੀ ਇਸ ਸ਼ਬਦ ਦੇ ਅੰਦਰ ਤਾਲ ਦੀ ਸੰਪੂਰਨਤਾ ਵਾਸਤੇ ਅਕਾਲ ਦੇ ਚਰਨਾਂ ਵਿੱਚ ਬੇਨਤੀ ਔਰ ਸੰਪੂਰਨ ਹੋਣ ਤੋਂ ਧੰਨਵਾਦ ਕਰਨਗੇ ਅਤੇ ਸਾਧ ਸੰਗਤ ਨੂੰ ਆਸ਼ੀਰਵਾਦ ਦੀ ਦਾਤ ਬਖਸ਼ਿਸ਼ ਕਰਨਗੇ ਜਿਨ੍ਹਾਂ ਨੇ ਇਸ ਪਵਿੱਤਰ ਸੇਵਾ ਦੇ ਅੰਦਰ ਭਾਗ ਲਿਆ ਅਤੇ ਗੁਰੂ ਅਕਾਲ ਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੋ ਅੱਜ ਵੀ ਉਹ ਮਰ ਜੀਵੜੇ ਮਹਾਂਪੁਰਖ ਅਤੇ ਗ੍ਰਸਤੀ ਸਿੰਘ ਧੰਨ ਹਨ ਜਿਹੜੇ ਗੁਰਧਾਮਾਂ ਦੀ ਕਾਰ ਸੇਵਾ, ਸਰੋਵਰਾਂ ਦੀ ਕਾਰ ਸੇਵਾ ਵਿੱਚ ਤਨ ਮਨ ਧਨ ਕਰਕੇ ਹਿੱਸਾ ਪਾ ਕਰਕੇ ਗੁਰੂ ਘਰ ਦੀਆਂ ਮਹਾਨ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਸਤਿਗੁਰੂ ਜੀ ਦੀ ਉਹਨਾਂ ਤੇ ਅਪਰੰਪਾਰ ਬਖਸ਼ਿਸ਼ ਹੈ। ਦੇਸਾਂ ਪ੍ਰਦੇਸਾਂ ਦੇ ਅੰਦਰ ਧੰਨ ਕਾਰ ਸੇਵਾ ਵਾਲੇ ਮਹਾਂਪੁਰਖ ਹਨ, ਗੁਰੂ ਸਾਹਿਬ ਦੇ ਨਿਸ਼ਾਨ ਚਲਾਉਂਦੇ ਹਨ ਅਤੇ ਸੁੰਦਰ ਸੁੰਦਰ ਬਿਲਡਿੰਗਾਂ ਬਣਾ ਕਰਕੇ ਖਾਲਸਾ ਪੰਥ ਦੀ ਮਹਾਨ ਸੇਵਾ ਕਰਕੇ ਗੁਰੂ ਸਾਹਿਬ ਔਰ ਸਾਧ ਸੰਗਤ ਦੀ ਖੁਸ਼ੀ ਪ੍ਰਾਪਤ ਕਰ ਰਹੇ ਹਨ। ਕਿਉਂਕਿ ਸਤਿਗੁਰੂ ਜੀ ਦੇ ਘਰ ਵਿੱਚ ਪ੍ਰਚਾਰ ਦੇ 3 ਸਾਧਨ ਹਨ। ਇੱਕ ਹੈ ਗੁਰਦੁਆਰਿਆਂ ਦੀ ਕਾਰ ਸੇਵਾ, ਇਹਦੇ ਦੁਆਰਾ ਵੀ ਬੇਅੰਤ ਸੰਗਤ ਦਾ ਭਲਾ ਹੁੰਦਾ ਹੈ, ਇਹ ਵੀ ਬਹੁਤ ਵੱਡਾ ਪ੍ਰਚਾਰ ਹੈ। ਦੂਸਰਾ ਸਾਧਨ ਹੈ ਗੁਰੂ ਕਾ ਲੰਗਰ, ਲੰਗਰ ਦੁਆਰਾ ਵੀ ਬੇਅੰਤ ਸੰਗਤਾਂ ਦਾ ਭਲਾ ਹੁੰਦਾ ਹੈ। ਕੋਈ ਤਨ ਕਰਕੇ ਸੇਵਾ ਕਰਦਾ ਹੈ, ਕੋਈ ਮਨ ਕਰਕੇ, ਕੋਈ ਧਨ ਕਰਕੇ। ਤਥਾ ਜਿਹੜਾ ਗੁਰੂ ਕਾ ਲੰਗਰ ਛਕਦਾ ਹੈ ਉਹਦੇ ਮੂੰਹੋਂ ਸਤਿਨਾਮ ਸ਼੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਦਾ ਸ਼ਬਦ ਜ਼ਰੂਰ ਨਿਕਲਦਾ ਹੈ, ਕਹਿਣੇ ਨਾਲ ਵੀ ਭਲਾ ਹੁੰਦਾ ਹੈ। ਤੀਸਰੀ ਸੇਵਾ ਹੈ ਪ੍ਰਚਾਰ ਦੀ ਕਥਾ ਕੀਰਤਨ, ਟਕਸਾਲਾਂ ਦੀ ਸੇਵਾ, ਜਿਵੇਂ ਸਤਿਗੁਰੂ ਜੀ ਨੇ ਆਪ ਪ੍ਰਾਰੰਭ ਕੀਤੀਆਂ ਹਨ। ਇਹ 3 ਸਤਿਗੁਰੂ ਜੀ ਦੇ ਘਰ ਵਿੱਚ ਪ੍ਰਚਾਰ ਦੇ ਸਾਧਨ ਸਨ ਤੇ ਹੁਣ ਵੀ ਚੱਲ ਰਹੇ ਹਨ। ਇਹ ਗੁਰੂ ਸਾਹਿਬ ਜੀ ਦੀ ਮਹਾਨ ਦੇਣ ਹੈ ਅਤੇ ਬਖਸ਼ਿਸ਼ ਹੈ। ਜਦ ਤੱਕ ਖਾਲਸਾ ਪੰਥ ਦੇ ਪਾਸ ਇਹ 3 ਸਾਧਨ ਮੌਜੂਦ ਰਹਿਣਗੇ ਉਦੋਂ ਤੱਕ ਸਤਿਗੁਰੂ ਜੀ ਸਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਦੇ ਰਹਿਣਗੇ। ਸੋ ਇਹ ਸਤਿਗੁਰੂ ਜੀ ਦੀ ਅਪਰੰਪਾਰ ਬਖਸ਼ਿਸ਼ ਹੈ ਕਿ ਆਪਾਂ ਇਹਨਾਂ ਸਾਧਨਾਂ ਵਿੱਚ ਜੁਟੇ ਹੋਏ ਹਾਂ। ਸੋ ਜਦੋਂ ਕਿਤੇ ਸਮੇਂ ਅਨੁਸਾਰ ਕੁਝ ਤਰੁਟੀ ਆਉਂਦੀ ਹੈ ਸਤਿਗੁਰੂ ਜੀ ਕਿਰਪਾ ਕਰਕੇ ਆਪ ਹੀ ਬਖਸ਼ਿਸ਼ ਕਰਕੇ ਫਿਰ ਸਾਨੂੰ ਅਵਸਥਾ ਗੁਰਮਤਿ ਵਾਲੀ ਪ੍ਰਦਾਨ ਕਰਦੇ ਹਨ। ਸੋ ਆਓ ਹੁਣ ਸ਼ਬਦ ਦੀ ਪਵਿੱਤਰ ਵਿਆਖਿਆ ਸ਼ਰਵਣ ਕਰਕੇ ਸਤਿਗੁਰੂ ਜੀ ਦੀ ਬਾਣੀ ਦੇ ਅਰਥ ਸ਼ਰਵਣ ਕਰਕੇ ਲਾਭ ਪ੍ਰਾਪਤ ਕਰੀਏ। ਰਸਨਾ ਦੀ ਪਵਿੱਤਰਤਾ ਲਈ, ਮਨ ਬਿਰਤੀ ਦੀ ਇਕਾਗਰਤਾ ਵਾਸਤੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਨਾਲ ਗੱਜ ਕੇ ਬੋਲੋ ਸਤਿਨਾਮ। ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਵਿੱਚ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹੋਏ ਬਾਣੀ ਉਚਾਰਨ ਕਰਦੇ ਹਨ। ਗੁਰਪੂਰਾ ਨਮਸਕਾਰੇ। ਸਾਡੇ ਜੋ ਸਤਿਗੁਰੂ ਬਾਬਾ ਗੁਰੂ ਨਾਨਕ ਸਾਹਿਬ ਤਥਾ ਦੂਸਰੇ ਗੁਰੂ ਹਨ ਉਹ ਸੰਪੂਰਨ ਹਨ। ਇਸੇ ਕਰਕੇ ਸੁਖਮਨੀ ਸਾਹਿਬ ਜੀ ਦੇ ਅੰਦਰ ਪਹਿਲੇ 4 ਗੁਰੂਆਂ ਨੂੰ ਨਮਸਕਾਰ ਕੀਤੀ ਹੈ। ਆਦਿ ਗੁਰ ਏ ਨਮః। ਆਦਿ ਗੁਰੂ ਕੌਣ ਹਨ? ਬਾਬਾ ਗੁਰੂ ਨਾਨਕ ਸਾਹਿਬ। ਉਹਨਾਂ ਦੇ ਇਹ ਤਾਂ ਹੀ ਮੇਰੀ ਨਮਸਕਾਰ ਹੈ। ਜੁਗਾਦ ਗੁਰ ਏ ਨਮః। ਜੋਗ ਨਾਮ ਹੁੰਦਾ 2 ਦਾ। ਦੂਸਰੇ ਗੁਰੂ ਕੌਣ ਹਨ? ਗੁਰੂ ਅੰਗਦ ਸਾਹਿਬ ਜੀ ਮਹਾਰਾਜ। ਦੂਸਰੇ ਗੁਰਾਂ ਤਾਂ ਹੀ ਮੇਰੀ ਪਿਆਰ ਭਰੀ ਨਮਸਕਾਰ ਪ੍ਰਵਾਨ ਹੋਵੇ। ਆਦਿ ਗੁਰੇ ਨਮః ਔਰ ਸਤਿਗੁਰੇ ਨਮః। ਸਤਿਗੁਰੂ ਸ਼ਬਦ ਵਰਤਿਆ ਗੁਰੂ ਅਮਰਦਾਸ ਜੀ ਲਈ। ਤੀਸਰੇ ਗੁਰੂ ਜੋ ਮੇਰੇ ਸਤਿਗੁਰੂ ਗੁਰੂ ਅਮਰਦਾਸ ਜੀ ਹਨ ਉਹਨਾਂ ਤਾਂ ਹੀ ਮੇਰੀ ਨਮਸਕਾਰ ਪ੍ਰਵਾਨ ਹੋਵੇ। ਸ਼੍ਰੀ ਗੁਰਦੇਵ ਏ ਨਮః। ਗੁਰਦੇਵ ਅੱਖਰ ਵਰਤਿਆ ਹੈ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਲਈ ਜੋ ਮੇਰੇ ਗੁਰੂ ਦੇਵ ਪ੍ਰਕਾਸ਼ ਸਰੂਪ ਹਨ, ਗੁਰਮੰਤਰ ਦਾਤਾ। ਉਹਨਾਂ ਤਾਂ ਹੀ ਮੇਰੀ ਨਮਸਕਾਰ ਪ੍ਰਵਾਨ ਹੋਵੇ।
ਭਾਵ ਪਹਿਲੇ ਚੌਹਾਂ ਗੁਰੂਆਂ ਦਾ ਮੰਗਲਾਚਾਰਨ ਕਰਕੇ ਇਸ ਸ਼ਲੋਕ ਵਿੱਚ ਫਿਰ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਪ੍ਰਾਰੰਭ ਕਰਨਾ ਕੀਤਾ ਸੀ। ਸੋ ਇੱਥੇ ਵੀ ਗੁਰੂ ਸਾਹਿਬ ਆਪਣੇ ਆਦਿ ਪਹਿਲੇ ਗੁਰੂਆਂ ਤਾਈਂ ਨਮਸਕਾਰ ਕਰਦੇ ਹਨ, ਕਿਉਂਕਿ ਲਾਖ ਯਤਨ ਕਰੇ ਜੇ ਕੋਈ, ਗੁਰੂ ਮਨਾਏ ਬਿਨਾ ਸਿੱਧ ਨਾ ਹੋਈ। ਭਾਵੇਂ ਬੰਦਾ ਲੱਖਾਂ ਯਤਨ ਕਰ ਲਵੇ, ਜਦ ਤੱਕ ਉਹ ਆਪਣੇ ਗੁਰੂ ਨੂੰ ਨਾ ਮਨਾਵੇ ਉਦੋਂ ਤੱਕ ਉਹਦਾ ਕੋਈ ਵੀ ਕਾਰਜ ਸਿੱਧ ਨਹੀਂ ਹੁੰਦਾ। ਪਹਿਲਵਾਨ ਲੈ ਲਓ, ਜਦੋਂ ਅਖਾੜੇ ਵਿੱਚ ਜਾਂਦੇ ਹਨ, ਕਿਉਂਕਿ ਉਹਨਾਂ ਦਾ ਮੁੱਖ ਇਸ਼ਟ ਜਿਹੜਾ ਹੈ ਉਹ ਅਖਾੜਾ ਹੀ ਹੈ, ਜਿੱਥੇ ਉਹਨੇ ਕੁਸ਼ਤੀ ਕਰਨੀ ਹੈ ਉਹ ਭੂਮੀ ਨੂੰ ਨਮਸਕਾਰ ਕਰਦੇ ਹਨ। ਫਿਰ ਜਿੱਲੇ ਕੁਸ਼ਤੀ ਕਰਨੀ ਹੁੰਦੀ ਹੈ ਇੱਕ ਦੂਏ ਵੱਲ ਰਾਖ ਫੈਂਕਦੇ ਹਨ ਅਖਾੜੇ ਦੀ। ਭਾਵ ਇਹ ਵੀ ਇੱਕ ਉਹਨਾਂ ਦੀ ਸਤਿਕਾਰ ਵਾਲੀ ਭਾਵਨਾ ਹੈ। ਸੂਰਮਾ ਲੈ ਲਓ, ਉਹ ਸ਼ਾਸਤਰ ਨੂੰ ਨਮਸਕਾਰ ਕਰੇਗਾ। ਇਸ ਤਰ੍ਹਾਂ ਵਿਦਵਾਨ ਹੈ, ਉਹ ਗ੍ਰੰਥ ਨੂੰ, ਧਰਮ ਸ਼ਾਸਤਰ ਨੂੰ ਨਮਸਕਾਰ ਕਰੇਗਾ। ਇਸ ਤਰ੍ਹਾਂ ਮਿਸਤਰੀ ਲੋਕ ਹਨ, ਸੋ ਵਿਸ਼ਕਰਮਾ ਦੀ ਪੂਜਾ ਪਹਿਲਾਂ ਕਰਦੇ ਹਨ, ਆਪਣੇ ਔਜ਼ਾਰਾਂ ਨੂੰ ਮੱਥਾ ਟੇਕਦੇ ਹਨ। ਦੁਕਾਨਦਾਰ ਲੋਕ ਹਨ, ਤੱਕੜੀ ਔਰ ਬਟਿਆਂ ਦੀ ਪੂਜਾ ਕਰਦੇ ਹਨ। ਭਾਵ ਜਿਸ ਚੀਜ਼ ਨੂੰ ਕੋਈ ਆਪਣਾ ਇਸ਼ਟ, ਰੋਟੀ ਦਾਤਾ, ਅੰਨਦਾਤਾ ਜਾਣਦਾ, ਉਸ ਦਾ ਉਹ ਸਤਿਕਾਰ ਪਿਆਰ ਕਰਦੇ ਹਨ। ਫਿਰ ਗੁਰੂ ਦੇ ਸਿੱਖ ਵਾਸਤੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਜੀ ਦੀ ਆਤਮਾ ਹੈ, ਇਹਦੇ ਵਾਸਤੇ ਕਿੰਨਾ ਪਿਆਰ, ਕਿੰਨਾ ਸਤਿਕਾਰ, ਕਿੰਨੀ ਸ਼ਰਧਾ ਹੋਣੀ ਚਾਹੀਦੀ ਹੈ, ਇਸ ਦਾ ਰਸਨਾ ਦੁਆਰਾ ਵਰਣਨ ਕਰਨਾ ਬਹੁਤ ਅਸੰਭਵ ਹੈ। ਭਾਵ ਅਥਾਹ ਸ਼ਰਧਾ ਹੋਣੀ ਚਾਹੀਦੀ, ਬੇਅੰਤ ਪਿਆਰ ਹੋਣਾ ਚਾਹੀਦਾ। ਸੋ ਸਤਿਗੁਰੂ ਜੀ ਆਪਣੇ ਇਸ਼ਟ ਪ੍ਰਤੀ ਸਤਿਕਾਰ ਸਹਿਰ ਨਮਸਕਾਰ ਕਰਦੇ ਹਨ। ਗੁਰ ਪੂਰਾ ਨਮਸਕਾਰੇ। ਸਾਡਾ ਜੋ ਗੁਰੂ ਰਾਮਦਾਸ ਸਾਹਿਬ ਜੀ ਹਨ, ਅਸੀਂ ਉਹਨਾਂ ਤਾਈਂ ਨਮਸਕਾਰ ਕਰਦੇ ਹਾਂ। ਪ੍ਰਭ ਸਭੇ ਕਾਜ ਸਵਾਰੇ। ਬਾਬਾ ਬੁੱਢਾ ਸਾਹਿਬ, ਭਾਈ ਸਾਲੋ ਜੀ, ਭਾਈ ਜੇਠਾ ਪ੍ਰਾਣਾ ਜੀ ਆਦਿ ਵਿਧੀ ਚੰਦ ਜੀ ਮੁਖੀ ਗੁਰਸਿੱਖ ਸਤਿਗੁਰੂ ਜੀ ਦੇ ਸਨਮੁਖ ਬੇਅੰਤ ਸੰਗਤਾਂ ਸਮੇਤ ਬੈਠੇ ਹਨ। ਸਤਿਗੁਰੂ ਜੀ ਨੇ ਜਦੋਂ ਅੰਮ੍ਰਿਤਸਰ ਸਾਹਿਬ ਦਾ ਤਾਲ ਸੰਪੂਰਨ ਹੋਇਆ, ਉਸ ਵੇਲੇ ਸਤਿਗੁਰੂ ਜੀ ਦੇ ਧੰਨਵਾਦ ਵਿੱਚ ਨਮਸਕਾਰ ਕਰਦਿਆਂ ਹੋਇਆਂ ਸ਼ੁਕਰਾਨੇ ਵਜੋਂ ਕਹਿੰਦੇ ਹਨ, ਬਾਬਾ ਬੁੱਢਾ ਸਾਹਿਬ ਜੀਓ, ਕੀ ਦਸੀਏ, ਭਾਵੇਂ ਕਾਰਜ ਬਹੁਤ ਵੱਡਾ ਸੀ, ਮਾਇਕੀ ਖਰਚ ਵੀ ਬੜਾ ਸੀ, ਸੰਗਤਾਂ ਦੇ ਸਹਿਯੋਗ ਦੀ ਵੀ ਬਹੁਤ ਵੱਡੀ ਲੋੜ ਸੀ, ਪਰ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ। ਸੰਗਤਾਂ ਕਾਰ ਸੇਵਾ ਵਾਲਿਆਂ ਦਾ ਵੀ ਤਨਤਾ ਵਜਿਆ ਰਿਹਾ, ਕਦੀ ਘਾਟ ਨਹੀਂ ਆਈ, ਤੇ ਮਾਇਆ ਪੱਖ ਤੋਂ ਵੀ ਸਤਿਗੁਰੂ ਜੀ ਨੇ ਕੋਈ ਕਮੀ ਨਹੀਂ ਆਉਣ ਦਿੱਤੀ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਰਹੀ। ਅਤੇ ਤੀਸਰਾ, ਲੰਗਰ ਭੰਡਾਰੇ ਵਿੱਚ ਵੀ ਤੋਟ ਨਹੀਂ ਆਈ। ਸੰਗਤਾਂ ਨੂੰ ਭੋਜਨ ਸੁੰਦਰ ਤੋਂ ਸੁੰਦਰ ਸੇਵਾ ਵਾਲਿਆਂ ਨੂੰ ਪ੍ਰਾਪਤ ਹੁੰਦੇ ਰਹੇ। ਪ੍ਰਭ ਸਭੇ ਕਾਜ ਸਵਾਰੇ। ਪ੍ਰਭੂ ਜੋ ਪ੍ਰਭਤਾ ਦੇ ਸੰਯੁਕਤ ਅਕਾਲ ਪੁਰਖ ਹਨ, ਉਹਨਾਂ ਨੇ ਸਾਡੇ ਸਾਰੇ ਹੀ ਕਾਰਜ ਸਵਾਰ ਦਿੱਤੇ ਹਨ। ਕਿਉਂਕਿ ਬਾਬਾ ਬੁੱਢਾ ਜੀ ਅਸਾਂ ਨੇ ਇਸ ਕਾਰਜ ਨੂੰ ਗੁਰੂ ਦਾ ਕਾਰਜ ਸਮਝਿਆ। ਗੁਰੂ ਸਾਹਿਬ ਨੇ ਫਿਰ ਸਾਡੀ ਸਹਾਇਤਾ ਕਰਨੀ ਹੀ ਸੀ। ਉਹਨਾਂ ਨੇ ਕਿਰਪਾ ਕਰਕੇ ਇਹ ਸਾਰੇ ਕਾਰਜ ਆਪ ਹੀ ਸਵਾਰੇ ਹਨ। ਹਰਿ ਆਪਣੀ ਕਿਰਪਾ ਧਾਰੀ। ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਿਰਪਾ ਆਪ ਹੀ ਧਾਰਨਾ ਕੀਤੀ ਹੈ। ਜਦੋਂ ਸਰੋਵਰ ਸਾਹਿਬ ਦੀ ਕਾਰ ਸੇਵਾ ਹੋ ਰਹੀ ਸੀ, ਇੱਕ ਸਮਾਂ ਐਸਾ ਆਇਆ, ਇੱਕ ਤੱਗੀ ਬਹੁਤ ਕਰੜੀ ਆ ਗਈ। ਜਦੋਂ ਗਿਣਤੀ ਗੁਰਸਿੱਖ ਚਲਾ ਕੇ ਭੂਮੀ ਨੂੰ ਖੋਦਣ ਵਾਸਤੇ ਮਾਰਨ, ਤੇ ਉਹ ਜਿਵੇਂ ਪੱਥਰ ਤੇ ਉੱਭਰ ਕਰਕੇ ਉੱਪਰ ਨੂੰ ਆਉਂਦੀ ਚੰਗਿਆੜੇ ਨਿਕਲਦੇ ਹਨ, ਐਸਾ ਕਾਰਨ ਬਣ ਜਾਵੇ ਗਿਣਤੀ ਖੁੱਬੇ ਹੀ ਨਾ। ਗੁਰਸਿੱਖ ਸੰਗਤਾਂ ਬੜੀਆਂ ਮਾਯੂਸ ਹੋਈਆਂ। ਜ਼ੋਰ ਨਾਲ ਗਿਣਤੀਆਂ ਚਲਾਉਣੇ ਨਾਲ ਹੱਥਾਂ ਵਿੱਚ ਛਾਲੇ ਤੱਕ ਪੈ ਗਏ, ਲੇਕਿਨ ਸਫਲਤਾ ਨਜ਼ਰ ਨਾ ਆਵੇ। ਅਖੀਰ ਸਤਿਗੁਰੂ ਗੁਰੂ ਗਰੀਬ ਨਿਵਾਜ ਪੰਚਮ ਪਾਤਸ਼ਾਹ ਜੀ ਨੂੰ ਮੁਖੀ ਗੁਰਸਿੱਖਾਂ ਦੁਆਰਾ ਸੰਗਤ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ,
ਇਹ ਕੀ ਖੇਡ ਹੈ, ਕੀ ਕੌਤਕ ਹੈ। ਅੱਗੇ ਬੜੀ ਸੋਹਣੀ ਮਿੱਟੀ ਪੁੱਟਦੇ ਆਏ ਹਾਂ, ਕਾਰ ਸੇਵਾ ਕਰਦੇ ਆਏ ਹਾਂ, ਹੁਣ ਤਾਂ ਕੋਈ ਔਜ਼ਾਰ ਕੰਮ ਹੀ ਨਹੀਂ ਕਰਦਾ ਹੈ। ਸਤਿਗੁਰੂ ਜੀ ਜਾਣੀ ਜਾਣ ਸਨ, ਕਹਿਣ ਲੱਗੇ ਇਉਂ ਕਰੋ, ਤੁਸੀਂ ਹੁਣ ਪਹਿਲੇ ਲੰਗਰ ਪਾਣੀ ਛਕੋ, ਫਿਰ ਕੁਝ ਆਰਾਮ ਕਰੋ, ਜਿਵੇਂ ਵਾਹਿਗੁਰੂ ਦਾ ਹੁਕਮ ਹੋਵੇਗਾ ਫਿਰ ਉਵੇਂ ਸੇਵਾ ਨਿਭਾਵਾਂਗੇ। ਸੰਗਤਾਂ ਨੇ ਗੁਰੂ ਕਾ ਪਿਆਰਾ ਲੰਗਰ ਛਕਿਆ, ਆਰਾਮ ਕਰਨ ਲੱਗ ਗਏ। ਤੇ ਇੱਧਰ ਅਕਾਲ ਪੁਰਖ ਜੀ ਆਪ ਦੇਵਤਿਆਂ ਦਾ ਦਲ ਲੈ ਕਰਕੇ ਕਾਰ ਸੇਵਾ ਵਾਸਤੇ ਹਾਜ਼ਰ ਹੋ ਗਏ। ਜਿੱਥੇ ਹਰ ਕੀ ਪੌੜੀ ਹੈ, ਆਪਾਂ ਸਾਰੇ ਬੜੀ ਸ਼ਰਧਾ ਨਾਲ ਚਰਨਾਮਤ ਪੀਂਦੇ ਹਾਂ। ਇੱਥੇ ਪਹਿਲਾ ਟੱਪਾ ਅਕਾਲ ਪੁਰਖ ਨੇ ਸਰਗੁਣ ਸਰੂਪ ਧਾਰ ਕੇ ਆਪ ਲਾਇਆ, ਗੱਜ ਕੇ ਬੋਲੋ ਸਤਿਨਾਮ। ਇਹਦਾ ਨਾਮ ਹਰ ਕੀ ਪੌੜੀ ਇਸੇ ਕਰਕੇ ਹੈ। ਇੱਥੇ ਦਾ ਚਰਨਾਮਤ ਸੰਗਤਾਂ ਕਿਉਂ ਸ਼ਰਧਾ ਨਾਲ ਪੀਂਦੀਆਂ ਹਨ ਕਿ ਭਗਵਾਨ ਨੇ ਆਪ ਇੱਥੇ ਪਵਿੱਤਰ ਚਰਨ ਪਾਏ। ਸੋ ਭਗਵਾਨ ਨੇ ਆਪ ਟੱਪ ਲਾਇਆ, ਨਾਲ ਜਿਹੜੀਆਂ ਸ਼ਹੀਦ ਮਰੀਦ ਦੇਵਤੇ ਪਵਿੱਤਰ ਰੂਹਾਂ ਆਈਆਂ ਸਨ ਉਹਨਾਂ ਨਾਲ। ਬਾਕੀ ਖੁਦਾਈ ਦੀ ਸੇਵਾ ਉਹਨਾਂ ਨੇ ਪਿਆਰ ਨਾਲ ਕੀਤੀ। ਬਸ ਕਾੜ ਟੁੱਟ ਗਿਆ, ਜਾਲ ਨਾਲ ਸਰੋਵਰ ਲਵਾਲਬ ਭਰ ਗਿਆ। ਭਗਵਾਨ ਦੇ ਸਮੇਤ ਉਹ ਗੈਬੀ ਦੈਵੀ ਰੂਹਾਂ ਸਾਰੀਆਂ ਹੀ ਆਦ੍ਰਿਸ਼ਟ ਹੋ ਗਈਆਂ। ਜਦੋਂ ਸੰਗਤਾਂ ਆਰਾਮ ਕਰਕੇ ਉੱਠੀਆਂ, ਕੀ ਵੇਖਦੇ ਹਨ? ਸਰੋਵਰ ਸਾਹਿਬ ਅੰਮ੍ਰਿਤ ਦੇ ਜਲ ਨਾਲ ਲਵਾਲਬ ਭਰੇ ਹੋਏ ਹਨ। ਖੁਸ਼ੀ ਦੀ ਕੋਈ ਹੱਦ ਨਾ ਰਹੀ। ਕਮਾਲ ਦੀ ਗੱਲ ਹੈ, ਕਿੱਥੇ ਐਡੀ ਕਰੜੀ ਤੱਗੀ ਸੀ, ਇਹ ਕੜ ਟੁੱਟੇ ਬਿਨਾਂ ਜਲ ਨਹੀਂ ਸੀ ਆ ਸਕਦਾ। ਗੇਂਤੀਆਂ ਦੇ ਮੂੰਹ ਭੱਜ ਗਏ ਹਨ, ਖੁੰਡੇ ਹੋ ਗਏ ਹਨ, ਦੰਦੇ ਪੈ ਗਏ ਹਨ, ਚੰਗਿਆੜੇ ਨਿਕਲਦੇ ਸੀ। ਇਹ ਕੜ ਆਪਣੇ ਆਪ ਕਿਵੇਂ ਟੁੱਟ ਗਿਆ, ਇਸ ਗੱਲ ਦਾ ਕਿਸੇ ਨੂੰ ਪਤਾ ਹੀ ਨਾ ਲੱਗਿਆ। ਖੁਸ਼ੀ ਬਹੁਤ ਹੈ ਕਿ ਜਿਹੜੇ ਕਾਰਜ ਲਈ ਆਪਾਂ ਸੇਵਾ ਪ੍ਰਾਰੰਭ ਕੀਤੀ ਸੀ ਉਹ ਅਕਾਲ ਪੁਰਖ ਨੇ ਪੂਰੀ ਕਰ ਦਿੱਤੀ ਹੈ। ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਇਹ ਤਾਂ ਭਗਵਾਨ ਆਪ ਗੈਬੀ ਰੂਹਾਂ ਸਮੇਤ ਸੇਵਾ ਨਿਭਾ ਗਏ ਹਨ। ਉੱਥੇ ਫਿਰ ਮਹਾਰਾਜ ਨੇ ਪਰਮੇਸ਼ਰ ਦੇ ਧੰਨਵਾਦ ਵਿੱਚ ਸ਼ਬਦ ਵੀ ਉਚਾਰਿਆ। ਸੂਹੀ ਮਹੱਲਾ ਪੰਜਵਾਂ। ਸੰਤਾਂ ਕੈ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਮੇਰਾ ਤੇਰਾ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਇਹ ਸ਼ਬਦ ਫਿਰ ਸਤਿਗੁਰੂ ਜੀ ਨੇ ਉਦੋਂ ਉਚਾਰਨਾ ਕੀਤਾ ਸੀ। ਸੋ ਮਹਾਰਾਜ ਗਰੀਬ ਨਵਾਜ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਸੰਗਤਾਂ ਪ੍ਰਤੀ ਸੰਬੋਧਨ ਕਰਕੇ ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਣਾ ਕਰਦੇ ਹਨ। ਹਰ ਆਪਣੀ ਕਿਰਪਾ ਧਾਰੀ। ਭਾਈ ਇਹ ਸਫਲਤਾ ਸਾਡੀ ਨਹੀਂ, ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਬੇਚਾਰਾ ਰਾਮ। ਇਹ ਕਾਰਜ ਵਾਹਿਗੁਰੂ ਜੀ ਦਾ ਸੀ। ਉਹਨਾਂ ਨੇ ਆਪ ਹੀ ਸਿੱਖ ਸੰਗਤਾਂ ਦੇ ਭਲੇ ਵਾਸਤੇ ਇਹ ਸਾਨੂੰ ਅੰਮ੍ਰਿਤ ਦਾ ਕੁੰਡ, ਆਬੇ ਹਯਾਤ ਦਾ ਤਾਲ ਬਖਸ਼ਿਸ਼ ਕੀਤਾ ਹੈ। ਹਰੀ ਵਾਹਿਗੁਰੂ ਜੀ ਨੇ ਆਪ ਹੀ ਭਾਈ ਆਪਣੀ ਕਿਰਪਾ ਨੂੰ ਧਾਰਨਾ ਕੀਤਾ ਹੈ। ਪ੍ਰਭ ਪੂਰਨ ਪੈਜ ਸਵਾਰੀ। ਪ੍ਰਭੂ ਅਕਾਲ ਪੁਰਖ ਜੀ ਨੇ ਕਿਰਪਾ ਕਰਕੇ ਪੂਰਨ ਤੌਰ ਤੇ ਸਾਡੀ ਪੈਜ ਲੱਜਾ ਨੂੰ ਸਵਾਰਿਆ ਹੈ। ਭਾਵ ਜੇ ਇਹ ਸੇਵਾ ਵਿੱਚ ਰਹਿ ਜਾਂਦੀ, ਤਰੁਟੀ ਰਹਿ ਜਾਂਦੀ, ਲੋਕਾਂ ਵਿੱਚ ਹਾਸੋਹੀਣੀ ਹੋਣੀ ਸੀ। ਪਰ ਸਤਿਗੁਰੂ ਜੀ ਨੇ ਨਾ ਤਾਂ ਮਾਇਕੀ ਪੱਖ ਵਿੱਚ ਕਮੀ ਆਉਣ ਦਿੱਤੀ, ਨਾ ਸੰਗਤਾਂ ਦੀ ਸੇਵਾ ਵਿੱਚ, ਨਾ ਲੰਗਰ ਦੇ ਉਤਸ਼ਾਹ ਵਿੱਚ, ਸੇਵਾ ਵਿੱਚ ਘਾਟ ਆਉਣ ਦਿੱਤੀ ਹੈ। ਹਰ ਪੱਖ ਤੋਂ ਹੀ ਗੁਰੂ ਸਾਹਿਬ ਨੇ ਸਾਡੀ ਪੈਜ ਲਾਜ ਨੂੰ ਸਵਾਰਿਆ। ਉਪਰੰਤ ਜਿਹੜੇ ਕਾਰਜ ਵਾਸਤੇ ਆਪਾਂ ਸਰੋਵਰ ਪ੍ਰਾਰੰਭ ਕੀਤਾ ਸੀ ਉਹ ਕਾਰਜ ਵੀ ਸੰਪੂਰਨ ਹੋ ਗਿਆ ਹੈ। ਸੋ ਸਤਿਗੁਰੂ ਜੀ ਦੀ ਕਿਰਪਾ ਨਾਲ ਅੱਜ ਸਰੋਵਰ ਸਾਹਿਬ ਅੰਮ੍ਰਿਤ ਰੂਪੀ ਜਲ ਨਾਲ ਭਰੇ ਹੋਏ ਹਨ। ਸੰਗਤਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਸਤਿਗੁਰੂ ਅਕਾਲ ਪੁਰਖ ਨੇ ਸਾਡੀ ਪੈਜ ਲੱਜਾ ਨੂੰ ਭਾਈ ਆਪ ਹੀ ਸਵਾਰਣਾ ਕੀਤਾ ਹੈ। ਆਪਣੇ ਦਾਸ ਕੋ ਭਇਓ ਸਹਾਈ। ਬਾਬਾ ਬੁੱਢਾ ਜੀ ਆਪਣੇ ਦਾਸ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆਪਣੇ ਦਾਸਾਂ ਦੇ ਅਕਾਲ ਪੁਰਖ
ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪ ਹੀ ਸਹਾਈ ਸਹਾਇਕ ਹੋਏ ਹਨ। ਉਹਨਾਂ ਨੇ ਸਾਡੀ ਆਪ ਹੀ ਆਣ ਕਰਕੇ ਸਹਾਇਤਾ ਕੀਤੀ ਹੈ, ਕਿਉਂਕਿ ਮਹਾਰਾਜ ਨੇ ਜੁਗਤੀ ਦੱਸੀ ਹੈ, ਜਿੱਥੇ ਗੁਰਸਿੱਖ ਕਿਸੇ ਕਾਰਜ ਨੂੰ ਕਰਨ ਵਿੱਚ ਆਸਮਰੱਥ ਹੋਵੇ ਉੱਥੇ ਫਿਰ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਗੁਰੂ ਦਾ ਬਲ ਲਵੇ। ਜਦੋਂ ਗੁਰੂ ਸਾਹਿਬ ਦੀ ਅਰਦਾਸ ਪ੍ਰਵਾਨ ਕਰਕੇ ਇਹਨੂੰ ਬਲ ਦੇਵਣਗੇ, ਇਹਦਾ ਕਾਰਜ ਸਤਿਗੁਰਾਂ ਦੇ ਬਲ ਨਾਲ